ਹੁਣ ਸੁਣੋ ਸਿਗਨੇਚਰਸ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਯਾਰ ਜਿੰਨੇ ਚਿਰ ਮੈਂ ਹੈਗੀ ਆ ਨਾ ਇੱਥੇ ਇਸ ਦੁਨੀਆ ਵਿੱਚ ਮੈਂ ਮਿਊਜ਼ਿਕ ਦੇ ਬਹੁਤ ਨੇੜੇ ਰਵਾਂਗੀ। ਮੈਨੂੰ ਇਹ ਨਹੀਂ ਪਤਾ ਕਿ ਮੈਂ ਗਾਣੇ ਗਾਵਾਂਗੀ ਬਹੁਤ ਚਿਰ ਤੱਕ ਕਿ ਗਵਾਵਾਂਗੀ ਕਿ ਮੈਂ ਆਪ ਪਿੱਛੇ ਹਟ ਕੇ ਹੋਰਾਂ ਨੂੰ ਸ਼ਾਈਨ ਹੋਣ ਦਾ ਮੌਕਾ ਦੇਵਾਂਗੀ। ਮੈਨੂੰ ਇਹ ਨਹੀਂ ਪਤਾ, ਕੀ ਪਤਾ ਮੈਂ ਬਹੁਤ ਇੱਕ ਇੰਪੋਰਟੈਂਟ ਹਿੱਸਾ ਬਣਾ ਪੰਜਾਬੀ ਮਿਊਜ਼ਿਕ ਦਾ। ਫਰਜ਼ ਕਰੋ ਮੈਂ ਨਾ ਅੱਜ ਬਹੁਤ ਕੇਓਸ ਫੀਲ ਕਰ ਰਹੀ ਹਾਂ, ਫਰਜ਼ ਕਰੋ, ਜਦ ਕਿ ਮੈਂ ਐਗਜ਼ਾਮਪਲ ਹੀ ਹੈ, ਰਾਈਟ। I'm feeling very chaotic today and I'm feeling really like confused and I'm feeling sad and lonely and low confidence. ਸ਼ਾਮ ਨੂੰ ਪੋਸਟ ਮੈਂ ਇਦਾਂ ਕਰਾਂਗੀ ਜਿੱਦਾਂ ਮੈਂ ਰਾਣੀ ਆ ਦੁਨੀਆ ਦੀ। ਜੇ ਮੈਨੂੰ ਕੋਈ ਗਲਤ ਕਹਿੰਦਾ ਨਾਲ ਦੇ ਨਾਲ ਉਹਨਾਂ ਨੂੰ ਮਾਫ ਕਰ ਦਿਓ। ਜੇ ਮੇਰੇ ਨਾਲ ਕਿਸੇ ਨੇ ਗਲਤ ਕੀਤਾ ਪਿਛਲੇ ਮਹੀਨੇ ਪਿਛਲੇ ਸਾਲ, ਜ਼ਿਆਦਾ ਗਰਜਸ ਨਹੀਂ ਹੋਲਡ ਕਰਨੀਆਂ, ਮਾਫ ਕਰ ਦਿਓ ਉਹਨਾਂ ਨੂੰ। ਫੋਰਗਿਵਨੈਸ ਬਹੁਤ ਵੱਡੀ ਚੀਜ਼ ਹੈ ਮੇਰੀ ਲਾਈਫ ਵਿੱਚ। ਮੇਰੇ ਨੈਣ ਨੇ ਸ਼ਰਾਬ ਦੀਆਂ 2 ਬੋਤਲਾਂ, ਇਹਨਾਂ ਬੋਤਲਾਂ 'ਚ ਸਿਪ ਸਿਪ ਪੀਵੇ। ਕੁੜੀ ਮੈਂ ਕੱਲੀ ਕਰਾਂ ਛੱਲੀ ਮਾਰਾਂ ਫੈਰ ਜੇ ਅੱਖ ਡਾਵੇ। ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ, ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ। ਮੈਂ ਸਿਆਲੜ ਪੁਣੇ 'ਚ ਅਜੇ ਪੈਰ ਰੱਖਿਆ। ਅੱਖ ਸੁਰਮੇ ਨਾਲ ਲੱਦੀ ਹੋਈ ਨਾਰ ਦੀ, ਖਿੱਚ ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ। ਤੁਸੀਂ ਪਹਿਲਾਂ ਜਾਂਦੇ ਹੋ ਹਾਈ ਸਕੂਲ ਜਾਂਦੇ ਹੋ, ਠੀਕ ਹੈ, ਚਲੋ ਸਹੀ ਮੰਨਿਆ ਉਦ ਤੱਕ। ਉਸ ਤੋਂ ਬਾਅਦ ਕਮਿਊਨਿਟੀ ਕਾਲਜ ਜਾ ਰਹੇ ਹੋ, ਫਿਰ ਤੁਸੀਂ ਯੂਨੀਵਰਸਿਟੀ ਜਾ ਰਹੇ ਹੋ, ਫਿਰ ਤੁਸੀਂ ਅੱਗੇ ਪੜ੍ਹੀ ਜਾਂਦੇ। ਮੈਂ ਤਾਂ ਮੈਂ ਬਹੁਤ ਪੜ੍ਹੀ ਹਾਂ ਜਿਹੜਾ ਮੈਂ ਯੂਜ਼ ਨਹੀਂ ਕਰ ਰਹੀ। ਜਿਹੜੇ ਲੋਕ ਸਾਨੂੰ ਹੁਣ ਸੁਣ ਰਹੇ ਨੇ ਐਂਡ ਉਹ ਬਹੁਤ ਯੰਗ ਨੇ ਜਾਂ ਜਿਹੜੀ ਵੀ ਉਮਰ 'ਚ ਨੇ, ਆਈ ਵਿਸ਼ ਕਿ ਉਹ ਇੱਕ ਬੜਾ ਸਟਰੋਂਗ ਸਟੈਪ ਲੈ ਲੈਣ ਟੂਵਰਡਸ ਦੇਅਰ ਡਰੀਮਸ। ਕਿਉਂਕਿ ਯਾਰ ਸਾਰੀ ਉਮਰ ਉਹ ਕਰਨ ਦਾ ਫਾਇਦਾ ਹੀ ਨਹੀਂ ਹੈ ਜਿਨ 'ਚ ਤੁਹਾਨੂੰ ਨਾ ਇੰਟਰਸਟ ਹੈ, ਨਾ ਤੁਹਾਨੂੰ ਉਹ 'ਚ ਬਿਲਕੁਲ ਡੈਡੀਕੇਸ਼ਨ ਫੀਲ ਹੁੰਦੀ ਹੈ। ਸ਼ੁਦਾਈ ਹੋ ਜੂਗੀ ਦੁਨੀਆ ਜੇ ਕੁੜੀਆਂ ਇਕੱਠੀਆਂ ਹੋ ਗਈਆਂ ਤਾਂ। ਬਟ ਕੌਣ ਨਹੀਂ ਹੋਣ ਦੇ ਰਿਹਾ? ਇੰਡਸਟਰੀ। ਕਿ ਜਿਵੇਂ ਤੁਸੀਂ ਇੰਟਰਵਿਊ ਸ਼ੁਰੂ ਕੀਤੀ ਸੀ 2.5 ਘੰਟੇ ਪਹਿਲਾਂ ਕਿ ਜੈਸਮਿਨ ਤੇ ਨਰਵਸ ਹੋ ਹੀ ਨਹੀਂ ਸਕਦਾ। ਹੁਣ ਮੈਂ ਤੁਹਾਡੇ ਸਾਹਮਣੇ 2-3 ਵਾਰ ਰੋਈ ਵੀ ਹਾਂ, ਜੋ ਕਿ ਬਹੁਤ ਨੈਚੁਰਲ ਹੈ। ਮੈਨੂੰ ਖੁਸ਼ੀ 'ਤੇ ਵੀ ਰੋਣਾ ਆ ਜਾਂਦਾ, ਮੈਨੂੰ ਕਿਸੇ ਨੂੰ ਯਾਦ ਕਰਕੇ ਵੀ ਰੋਣਾ ਆ ਜਾਂਦਾ, ਮੈਨੂੰ ਗੁੱਸੇ 'ਚ ਵੀ ਰੋਣਾ ਆ ਜਾਂਦਾ। ਅੱਛਾ, ਮੈਂ ਇੱਕ ਗੱਲ ਕਰਨਾ ਚਾਹੁੰਦੀ ਸੀ ਤੁਹਾਡੇ ਟੈਟੂਜ਼ ਦੇ ਉੱਪਰ। ਤੇ ਰਹਾਓ ਦਾ ਟੈਟੂ ਐਂਡ ਪੰਜਾਬ ਦਾ ਟੈਟੂ, ਮੈਂ ਹੁਣੇ ਕਰਾਇਆ ਕੀ ਸਟੋਰੀ ਹੈ? ਮੈਂ ਹੁਣੇ ਕਰਾਇਆ ਲਿਟਰਲੀ 2 ਹਫ਼ਤੇ ਪਹਿਲਾਂ। ਅੱਛਾ। ਤੇ ਆਈ ਵਾਜ਼ ਇਨ ਬੰਬੇ ਐਂਡ ਯਾਰ ਮੈਂ ਬਹੁਤ ਫਾਸਟ ਮੂਵ ਕਰ ਰਹੀ ਸੀ, ਮੇਰਾ ਮਾਈਂਡ ਬਹੁਤ ਫਾਸਟ, ਮਤਲਬ ਬਹੁਤ ਐਂਗਜ਼ਾਇਟੀ ਹੋ ਰਹੀ ਸੀ ਮੈਨੂੰ ਕਿ ਜਿੰਨਾ ਫਾਸਟ ਮੈਂ ਮੂਵ ਕਰਨਾ ਚਾਹ ਰਹੀ ਸੀ। ਮੈਨੂੰ ਸੀਗਾ ਇੰਪੇਸ਼ੈਂਟ ਸੀ ਮੈਂ। ਮੈਨੂੰ ਸੀਗਾ ਆ ਵੀ ਹੋ ਜੇ, ਆ ਵੀ ਹੋ ਜੇ, ਆ ਵੀ ਸਾਰਾ ਕੁਛ ਕਰ ਲਾਂ, ਆ ਵੀ ਸਾਰਾ ਕੁਛ ਕਰ ਲਾਂ ਤੇ ਬਸ ਸਭ ਕੁਛ ਫਟਾਫਟ ਹੋ ਜਾਵੇ। ਬਸ ਮੈਂ ਇੰਡੀਆ ਆ ਗਈ ਹਾਂ, ਬਸ ਠਾ ਸਭ ਕੁਛ ਹੋ ਜਾਵੇ। ਐਂਡ ਆਈ ਵਾਜ਼ ਲਾਈਕ ਲਿਸਨ, ਨਹੀਂ। ਉਹ ਜਿਹੜਾ ਫੇਜ਼ ਸੀ ਮੇਰਾ, ਮੈਂ ਆਈ ਥਿੰਕ ਕਾਫੀ ਪੇਸ਼ੈਂਸ ਹੈ ਮੇਰੇ ਵਿੱਚ, ਕਈ ਮਾਮਲਿਆਂ ਵਿੱਚ ਬਹੁਤ ਪੇਸ਼ੈਂਸ ਹੈ। ਮੈਂ ਤਾਂ 100 ਸਾਲਾਂ ਬਾਅਦ ਹੀ ਬੋਲਦੀ ਹਾਂ ਜਦੋਂ ਕੋਈ ਚੀਜ਼ ਮੈਂ ਸ਼ੇਅਰ ਕਰਨੀ ਹੋਵੇ। ਬਟ ਐਟ ਦ ਸੇਮ ਟਾਈਮ ਡਰੀਮਸ ਦੇ ਮਾਮਲੇ 'ਚ ਬਹੁਤ ਇੰਪੇਸ਼ੈਂਟ ਹੋ ਜਾਂਦੀ ਹਾਂ ਕਿ ਮੈਂ ਗਾਣਾ ਕਿਉਂ ਨਹੀਂ ਰਿਲੀਜ਼ ਕਰ ਰਹੀ। ਮੈਂ ਅੱਛਾ ਆਹ ਹੋ ਗਿਆ, ਹੁਣ ਜਿੱਦਾਂ ਮੈਂ ਰਿਲੀਜ਼ ਕੀਤਾ ਗਾਣਾ ਲਿਟਰਲੀ 10 ਦਿਨ ਪਹਿਲਾਂ, ਮੈਨੂੰ ਹਾਂਜੀ ਮੂਡ ਸਰਕਾਰ ਦਾ। ਆਈ ਐਮ ਆਲਰੇਡੀ ਥਿੰਕਿੰਗ ਯਾਰ ਅਗਲੇ ਗਾਣੇ ਦੀ ਫਟਾਫਟ ਮੈਨੂੰ ਮਾਸਟਰ ਚਾਹੀਦਾ। ਮੈਨੂੰ ਲਿਟਰਲੀ ਇਸ ਗਾਣੇ ਦੀ ਹੁਣ ਵੀਡੀਓ ਪਲਾਨ ਕਰਾਂ, ਮੈਂ ਵੀਡੀਓ 'ਚ ਕਿੱਦਾਂ ਦਿਖਣਾ ਚਾਹੁੰਦੀ ਹਾਂ ਉਹ ਚੀਜ਼ ਪਲਾਨ ਕਰਾਂ ਕਿ ਮੈਂ ਇਹਦੇ 'ਚ ਇੱਦਾਂ ਦੇ ਕੱਪੜੇ ਪਾਵਾਂ ਕਿ ਉੱਦਾਂ ਦੇ ਕੱਪੜੇ ਪਾਵਾਂ। ਵਟ ਸ਼ੁੱਡ ਬੀ ਮਾਈ ਐਨਰਜੀ? ਸ਼ੁੱਡ ਆਈ ਬੀ ਹੈਪੀ? ਸ਼ੁੱਡ ਆਈ ਬੀ
ਜੋਇਫੁਲ, ਸ਼ੁਡ ਆਈ ਸੈਲੀਬ੍ਰੇਟ ਮਾਈ ਸੈਲਫ, ਮਤਲਬ ਮੈਂ ਕਿੱਦਾਂ ਦੀ ਐਨਰਜੀ ਵਿੱਚ ਪੋਰਟਰੇ ਕਰਾਂ। ਇਹ ਜਰਨੀ ਤਾਂ ਬਾਰ ਮੈਂ ਗੋ ਥਰੂ ਕਰਦੀ ਹਾਂ ਕਿ ਫਟਾਫਟ ਕੁਛ ਹੋ ਜਾਏ, ਦੈਨ ਆਈ ਹੈਵ ਟੂ ਟੈਲ ਮਾਈ ਸੈਲਫ ਸਟਾਪ, ਹੋਲਡ ਔਨ, ਯੂ ਕੈਨਟ ਰਸ਼ ਦਿਸ। ਆ ਚੀਜ਼ ਕੋਈ ਫਟਾਫਟ ਜਿੱਤਣ ਵਾਲੀ ਰੇਸ ਨਹੀਂ ਹੈ। ਯਾਰ ਜਿੰਨੇ ਚਿਰ ਮੈਂ ਹੈਗੀ ਹਾਂ ਨਾ ਇੱਥੇ ਇਸ ਦੁਨੀਆ ਵਿੱਚ, ਮੈਂ ਮਿਊਜ਼ਿਕ ਦੇ ਬਹੁਤ ਨੇੜੇ ਰਵਾਂਗੀ। ਮੈਨੂੰ ਇਹ ਨਹੀਂ ਪਤਾ ਕਿ ਮੈਂ ਗਾਣੇ ਗਾਵਾਂਗੀ ਬਹੁਤ ਚਿਰ ਤੱਕ, ਕਿ ਗਵਾਵਾਂਗੀ, ਕਿ ਮੈਂ ਆਪ ਪਿੱਛੇ ਹਟ ਕੇ ਹੋਰਾਂ ਨੂੰ ਸ਼ਾਈਨ ਹੋਣ ਦਾ ਮੌਕਾ ਦੇਵਾਂਗੀ। ਮੈਨੂੰ ਇਹ ਨਹੀਂ ਪਤਾ, ਕੀ ਪਤਾ ਮੈਂ ਬਹੁਤ ਇੱਕ ਇੰਪੋਰਟੈਂਟ ਹਿੱਸਾ ਬਣਾ ਪੰਜਾਬੀ ਮਿਊਜ਼ਿਕ ਦਾ। ਕੀ ਪਤਾ 20 ਸਾਲ ਬਾਅਦ ਜਦੋਂ ਪਿੱਛੇ ਮੁੜ ਕੇ ਕੋਈ ਦੇਖੇ ਜਵਾਕ, ਪੰਜਾਬ ਦਾ ਜਵਾਕ, ਯਾਰ ਇੱਦਾਂ ਦੇ ਗਾਣੇ ਤਾਂ ਮੈਂ ਵੀ ਕਰਨੇ ਨੇ, ਯਾਰ ਇੱਦਾਂ ਤਾਂ ਮੈਂ, ਇੱਦਾਂ ਦੀ ਤਾਂ ਮੈਂ ਵੀ ਹਾਂ, ਇੱਦਾਂ ਦਾ ਤਾਂ ਮੈਂ ਵੀ ਹਾਂ, ਜੇ ਉਹ ਕਰ ਸਕਦੀ ਤਾਂ ਮੈਂ ਵੀ ਕਰ ਸਕਦਾ ਵਾਂ। ਕੀ ਪਤਾ ਕਿ ਮੈਂ ਬਹੁਤ ਇੱਕ ਇੰਪੋਰਟੈਂਟ ਹਿੱਸਾ ਬਣਾ ਪੰਜਾਬੀ ਮਿਊਜ਼ਿਕ, ਕੀ ਪਤਾ। ਇਸ ਕਰਕੇ ਮੈਨੂੰ ਹੌਲੀ ਸਟੈਪਸ ਲੈਣੇ ਪੈਣੇ ਨੇ, ਬਿਕਾਜ਼ ਜੇ ਭੱਜੀ ਜਾਵਾਂਗੀ ਤੇ ਨਾ ਤਾਂ ਮੈਂ ਇੰਜੋਏ ਕਰ ਪਾਵਾਂਗੀ। ਹਜੇ ਪਿਛਲਾ ਗਾਣਾ ਹੁਣੇ ਰਿਲੀਜ਼ ਕੀਤਾ ਤੇ ਮੈਂ ਅਗਲੇ ਬਾਰੇ ਸੋਚ ਰਹੀ ਹਾਂ, ਮੇ ਬੀ ਮੈਨੂੰ ਮਹੀਨਾ ਕੁ ਵੇਟ ਕਰਨਾ ਚਾਹੀਦਾ, ਪਰ ਮੇਰੇ ਤੋਂ ਹੁੰਦਾ ਨਹੀਂ ਹੈ। ਸੋ ਇਹ ਟੈਟੂਜ਼ ਕੀ ਹੁੰਦੇ ਨੇ? ਐਕਸਪ੍ਰੈਸ਼ਨਸ, ਰਿਮਾਈਂਡਰਸ ਆਫ ਵਟ ਯੂ ਵਾਂਟ ਟੂ ਰਿਮੈਂਬਰ। ਮਤਲਬ ਕਿ ਇੱਦਾਂ ਦੇ ਮੌਕਿਆਂ 'ਚ ਤੁਸੀਂ ਕੀ, ਮੇਰੇ ਇੱਥੇ ਹੋਰ ਵੀ ਲੈਂਗੁਏਜਿਸ ਵਿੱਚ ਮੇਰੇ ਬਹੁਤ ਟੈਟੂਜ਼ ਨੇ, ਕਾਫੀ ਕੁਛ ਲਿਖਾਇਆ ਮੈਂ। ਅਤੇ ਪੰਜਾਬ ਦਾ ਟੈਟੂ ਕਿਉਂ? ਕਿਉਂਕਿ ਇਸ ਹੱਥ ਨਾਲ ਮੈਂ ਪੈਨ ਫੜਦੀ ਹਾਂ, ਇੱਦਾਂ ਕਰਕੇ ਲਿਖਦੀ ਹਾਂ, ਅਤੇ ਮੈਨੂੰ ਪੰਜਾਬ ਨਾਲ ਇੰਨਾ ਪਿਆਰ ਹੈ ਨਾ। ਇੰਡਸਟਰੀ ਦੀ ਗੱਲ ਨਹੀਂ ਕਰ ਰਹੀ ਮੈਂ, ਇੰਡਸਟਰੀ ਪੰਜਾਬ ਦਾ ਇੱਕ 1% ਹਿੱਸਾ ਹੈ, ਕਿਉਂਕਿ ਮੈਨੂੰ ਇੰਡਸਟਰੀ ਦੇ ਥਰੂ ਜਾਣਿਆ ਜਾਂਦਾ ਹੈ ਕਿ ਮੈਂ ਇੰਡਸਟਰੀ ਦੀ ਇੱਕ ਆਰਟਿਸਟ ਹਾਂ, ਮਿਊਜ਼ਿਕ, ਪੰਜਾਬੀ ਮਿਊਜ਼ਿਕ ਦੁਨੀਆ ਦੀ ਮੈਂ ਇੱਕ ਹਿੱਸਾ ਹਾਂ। ਬਟ ਨਹੀਂ, ਪੰਜਾਬ ਨਾਲ ਮੈਨੂੰ ਬਹੁਤ ਪਿਆਰ ਹੈ। ਛੋਟੀ ਛੋਟੀ ਗਲੀਆਂ 'ਚ ਬਚਪਨ 'ਚ ਖੇਡਣ ਨਾਲ ਮੈਨੂੰ ਬਹੁਤ ਪਿਆਰ ਹੈ। ਮੇਰਾ ਪਿਆਰ ਪੰਜਾਬ ਨਾਲ ਸ਼ਾਇਦ ਕਦੇ ਵੀ ਨਹੀਂ ਘਟੇਗਾ। ਮੈਂ ਅਮਰੀਕਾ ਤੋਂ ਹਾਂ, ਸ਼ਾਇਦ ਕਈਆਂ ਵਾਸਤੇ ਔਖਾ ਹੋਏਗਾ ਅੰਡਰਸਟੈਂਡ ਕਰਨਾ ਕਿ ਤੈਨੂੰ ਪੰਜਾਬ ਨਾਲ ਇੱਦਾਂ ਇੰਨਾ ਲਗਾਵ ਕਿੱਦਾਂ ਹੈ, ਤੈਨੂੰ ਕਿਉਂ ਹੈ। ਮੈਨੂੰ ਇੱਕ ਡਿਊਟੀ ਫੀਲ ਹੁੰਦੀ ਆ, ਮੈਨੂੰ ਇੱਕ ਰਿਸਪੋਂਸਿਬਿਲਿਟੀ ਫੀਲ ਹੁੰਦੀ ਆ ਕਿ ਮੈਂ ਕੁਛ ਗੱਲਾਂ ਕਹਿਣੀਆਂ ਨੇ ਜਿਹੜੇ ਮੇਰੇ ਹਿੱਸੇ ਆਈਆਂ ਨੇ। ਜਦੋਂ ਮੈਨੂੰ ਮੌਕਾ ਮਿਲਦਾ ਮੈਂ ਉਹ ਕਹਿ ਦਿੰਦੀ ਹਾਂ। ਗਾਣਿਆਂ ਦੇ ਥਰੂ ਆਪਾਂ ਅੱਜ ਗੱਲ ਕੀਤੀ, ਇੱਦਾਂ ਦੀ ਗੱਲਾਂ ਮੈਂ ਨਹੀਂ ਕੀਤੀਆਂ ਯਾਰ ਪਹਿਲਾਂ, ਬਿਕਾਜ਼ ਮੈਨੂੰ ਹਮੇਸ਼ਾ ਪ੍ਰੈਸ਼ਰ ਫੀਲ ਹੁੰਦਾ ਕਿ ਮੈਂ ਕੂਲ ਲੱਗਾ, ਮੈਂ ਫਨੀ ਲੱਗਾ, ਮੈਂ ਬਹੁਤ ਸਿਆਣੀਆਂ ਗੱਲਾਂ ਕਰਾਂ, ਮੈਨੂੰ ਪ੍ਰੈਸ਼ਰ ਫੀਲ ਹੁੰਦਾ। ਉਹ ਮੇਰਾ ਆਪ ਦਾ ਹੀ ਪ੍ਰੈਸ਼ਰ ਹੈ, ਥੋੜ੍ਹਾ ਅਗਲੇ 'ਤੇ ਵੀ ਡਿਪੈਂਡ ਕਰਦਾ ਕਿ ਅਗਲੀ ਐਨਰਜੀ ਕਿੱਦਾਂ ਦੀ, ਕਿਸੇ ਜਿਹੜਾ ਪਰਸਨ ਮੈਨੂੰ ਇੰਟਰਵਿਊ ਕਰ ਰਿਹਾ ਉਹਦੀ ਐਨਰਜੀ ਕਿੱਦਾਂ ਦੀ, ਅਤੇ ਅੰਦਰੋਂ ਮੋਸਟਲੀ ਮੇਰੇ ਆਪ ਦੇ ਹੁੰਦੇ ਨੇ ਇਹ ਸਾਰੇ ਇਮੋਸ਼ਨਸ ਕਿ ਆਈ ਸ਼ੁੱਡ ਲੁੱਕ ਕੂਲ। ਮਤਲਬ ਇੰਸਪਾਇਰ ਕਰਨਾ ਸਾਰਿਆਂ ਨੂੰ, ਮੋਟੀਵੇਟ ਕਰਕੇ ਛੱਡਣਾ ਸਾਰਿਆਂ ਨੂੰ। ਪਰ ਨਹੀਂ ਯਾਰ, ਮੈਨੂੰ ਨਹੀਂ ਪਤਾ ਕਿ ਮੈਂ ਅਗਲੇ ਮੂਮੈਂਟ 'ਚ ਕੀ ਬੋਲਣ ਲੱਗੀ ਹਾਂ। ਅਤੇ ਮੈਂ ਦੇਖਾਂ ਯਾਰ ਮੈਂ ਕੋਈ ਮੇਰੀ ਰਹਿ ਤਾਂ ਨਹੀਂ ਗੀ ਗੱਲ ਕਾਪੀ 'ਤੇ। ਤੁਸੀਂ ਆਪਣੇ ਨੋਟਸ ਚੈੱਕ ਕਰ ਲਓ ਜ਼ਰੂਰ। ਹਾਂਜੀ, ਹਾਂ, ਸੋਸ਼ਲ ਮੀਡੀਆ ਬਾਰੇ ਮੈਂ ਲਿਖਿਆ ਸੀ ਇੱਥੇ ਕਿ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਸੋਸ਼ਲ ਮੀਡੀਆ ਬਹੁਤ ਘੱਟ ਵਿਜ਼ਿਟ ਕਰਨਾ ਚਾਹੀਦਾ। ਆਪਣੇ ਪੇਜ 'ਤੇ ਆਈ ਥਿੰਕ ਜਿੰਨਾ ਜਾਣਾ ਚਾਹੋ ਤੁਸੀਂ ਜਾਓ, ਉਹ ਵੀ ਕਈ ਵਾਰੀ ਡੇਂਜਰਸ ਹੁੰਦਾ, ਬਿਕਾਜ਼ ਦੈਨ ਯੂ ਸਟਾਰਟ ਟੂ ਸੀ ਅੱਛਾ ਇੱਦਾਂ ਦੀ ਵੀਡੀਓਜ਼ ਦੇ ਜ਼ਿਆਦਾ ਵਿਊਜ਼ ਆਏ ਨੇ, ਇੱਦਾਂ ਦੀ ਵੀਡੀਓਜ਼ 'ਤੇ ਲਾਈਕਸ ਘੱਟ ਆਏ ਨੇ, ਫਿਰ ਮੈਂ ਇੱਦਾਂ ਦੀ ਵੀਡੀਓਜ਼ ਪਾਵਾਂਗੀ। ਯੂ ਆਰ ਲਿਟਰਲੀ ਬੀਇੰਗ ਕੰਟਰੋਲਡ ਬਾਈ ਯੋਰ ਵਿਊਅਰਸ। ਕੌਫੀ ਪੀਓਗੇ? ਨਹੀਂ ਥੈਂਕ ਯੂ, ਮੈਂ ਬਹੁਤ ਘੱਟ ਪੀਂਦੀ ਹਾਂ। ਹਾਂ, ਚਾਹ ਬਣਾਵਾਂ? ਨਹੀਂ ਥੈਂਕ ਯੂ ਸੋ ਮਚ। ਆਈ ਰੇਅਰਲੀ ਵਿਜ਼ਿਟ ਸੋਸ਼ਲ ਮੀਡੀਆ। ਇੱਥੇ ਲਿਖਿਆ ਕਿ ਮੈਨੂੰ ਸੋਸ਼ਲ ਮੀਡੀਆ 'ਤੇ ਜਦੋਂ ਮੈਂ ਜਾਂਦੀ ਹਾਂ ਨਾ, ਅਤੇ ਗਲਤੀ ਨਾਲ ਜੇ 5-6 ਪੇਜਸ ਦੇਖ ਲਾਂ ਮੈਂ, ਜਿਨ੍ਹਾਂ ਨੂੰ ਮੈਂ ਲਾਈਕ ਵੀ ਕਰਦੀ ਹਾਂ, ਹੋਰਾਂ ਦੇ ਪੇਜਸ 'ਤੇ ਮੈਂ ਜਾਂਦੀ ਵੀ ਨਹੀਂ ਜਿਹੜੇ ਕਿ ਇੰਸਪਾਇਰ ਨਹੀਂ ਕਰਦੇ, ਮੋਟੀਵੇਟ ਨਹੀਂ ਕਰਦੇ, ਅਤੇ ਜਿਨ੍ਹਾਂ ਦੀ ਐਨਰਜੀ ਹੋਰ ਹੈ। ਪਰ ਜਿਹਨਾਂ ਨੂੰ ਮੈਂ ਲਾਈਕ ਵੀ ਕਰਦੀ ਹਾਂ ਅਤੇ ਉਹਨਾਂ ਦੇ ਪੇਜ 'ਚ ਜਾ ਕੇ ਮੈਂ ਸਰਚ ਵੀ ਮਾਰਾਂ ਨਾ, ਲੈਟਸ ਸੀ ਵਟ ਦਿਸ ਪਰਸਨਸ ਡੂਇੰਗ, ਕੇਓਸ ਕ੍ਰੀਏਟ ਹੋ ਜਾਂਦੀ ਮੇਰੇ ਮਾਈਂਡ 'ਚ। ਕੰਪੈਰੀਜ਼ਨ, ਸਬਕੌਨਸ਼ੀਅਸ ਮਾਈਂਡ ਵਿੱਚ ਮੇਰਾ ਕੰਪੈਰੀਜ਼ਨ ਹੋਣ ਲੱਗ ਪੈਂਦਾ, ਯਾਰ ਇੱਦਾਂ ਕਰਨਾ ਚਾਹੀਦਾ, ਜਾਂ ਆਹ ਚੀਜ਼ ਜ਼ਿਆਦਾ ਸੋਹਣੀ ਆ। ਬਟ ਫਿਰ ਤੁਸੀਂ ਅਨਫੇਅਰ ਹੋ ਰਹੇ ਹੋ ਆਪਣੇ ਆਪ ਨਾਲ, ਬਿਕਾਜ਼ ਜੋ ਤੁਹਾਡੇ ਦਿਲ 'ਚ ਆਵਾਜ਼ ਹੈ
ਤੇ ਜੋ ਉਹਨਾਂ ਦੇ ਦਿਲ 'ਚ ਆਵਾਜ਼ ਆ ਉਹ ਡਿਫਰੈਂਟ ਆਵਾਜ਼ਾਂ ਨੇ। ਤੁਸੀਂ ਕਿਸੇ ਹੋਰ ਵੱਲ ਦੇਖ ਕੇ ਆਪਣਾ ਆਪ ਚੇਂਜ ਕਰੋਗੇ ਤੇ ਤੁਸੀਂ ਉਹਨਾਂ ਦੀ ਕਾਪੀ ਬਣ ਗਏ ਨਾ। ਬਿਲਕੁਲ ਹਾਂ। ਸੋ ਮੈਂ ਆ ਲਿਖਿਆ ਇੱਥੇ ਆਪਣੇ ਨੋਟਸ ਵਿੱਚ ਕਿ ਮੋਸਟ ਪੀਪਲ ਔਨ ਸੋਸ਼ਲ ਮੀਡੀਆ ਆਰ ਫੇਕਿੰਗ ਇਟ, throwing glitter on their shit and posting। ਇੱਦਾਂ ਲਿਖਿਆ ਮੈਂ ਕਿ ਫॉर एग्जांपल ਮੈਂ ਨਾ ਫਰਜ਼ ਕਰੋ ਮੈਂ ਨਾ ਅੱਜ ਬਹੁਤ chaos ਫੀਲ ਕਰ ਰਹੀ ਹਾਂ, ਫਰਜ਼ ਕਰੋ, ਜਦ ਕਿ ਮੈਂ ਐਗਜ਼ਾਮਪਲ ਹੀ ਹੈ, ਰਾਈਟ। I'm feeling very chaotic today and I'm feeling really, really like confused and I'm feeling sad and lonely and low confidence। ਸ਼ਾਮ ਨੂੰ ਪੋਸਟ ਮੈਂ ਇੱਦਾਂ ਕਰਾਂਗੀ ਜਿੱਦਾਂ ਮੈਂ ਰਾਣੀ ਆ ਦੁਨੀਆ ਦੀ। ਹੁਣ ਤੁਸੀਂ ਆਪ ਦੱਸੋ, ਜਿਹੜੇ ਲੋਕੀ ਦੇਖ ਰਹੇ ਨੇ ਮੈਨੂੰ ਉਹਨਾਂ ਨੂੰ ਕੁਝ ਨਹੀਂ ਪਤਾ, ਕੁਛ ਨਹੀਂ ਪਤਾ। ਬਿਲਕੁਲ ਬਿਲਕੁਲ। ਮੇਰੇ ਤੋਂ 1000 ਲੋਕੀ ਜੈਲਸ ਹੁੰਦੇ ਹੋਣਗੇ ਕਿ ਆਹ ਤਾਂ ਹਮੇਸ਼ਾ ਖੁਸ਼ ਰਹਿੰਦੀ ਆ। 2-3 ਪ੍ਰੋਫਾਈਲ ਜਿਹੜੀਆਂ ਮੈਂ ਦੇਖਦੀ ਹਾਂ ਮੈਨੂੰ ਲੱਗਦਾ ਯਾਰ ਆਹ ਕੰਮ ਤੇ ਸੌਖਾ, ਮੈਂ ਕਿਹੜੀ ਕਮੀ ਪਈ ਆ। ਬਟ ਆਈ ਥਿੰਕ ਇਹਦੀ ਰੈਮੇਡੀ ਕੀ ਹੈ ਕਿ ਸੋਸ਼ਲ ਮੀਡੀਆ ਜ਼ਿਆਦਾ ਵਿਜ਼ਿਟ ਨਹੀਂ ਕਰਨਾ ਚਾਹੀਦਾ। ਆਈ ਥਿੰਕ ਡਿਸਿਪਲਿਨ ਹੋਣਾ ਚਾਹੀਦਾ। ਆਈ ਅਲਾਓ ਮਾਈ ਸੈਲਫ ਕਿ ਮੈਂ ਆਪਣੇ ਪੇਜਸ 'ਤੇ ਜਾਵਾਂ। ਆਫ ਕੋਰਸ ਆਈ ਵਾਂਟ ਟੂ ਸੀ ਕਿ ਮੈਂ ਕਿੱਦਾਂ ਦਿਸ ਰਹੀ ਹਾਂ ਦੁਨੀਆ ਨੂੰ। ਅੱਛਾ ਪਿਛਲੀਆਂ 10-15 ਪੋਸਟਸ ਕਿੱਦਾਂ ਸੀਗੀਆਂ, ਅੱਛਾ ਠੀਕ ਹੈ, ਆਹ 1-2 ਫੋਟੋਆਂ ਪਾਈਆਂ, ਆਹ 1-2 ਕੈਪਸ਼ਨਸ ਲਿਖੀਆਂ ਸੀ, ਠੀਕ ਹੈ, ਇਹੀ ਗੱਲਾਂ ਕਰਨੀਆਂ ਸੀ, ਸਹੀ ਹੈ ਸਹੀ ਹੈ, ਇੱਦਾਂ ਮੈਂ ਦੇਖ ਲੈਂਦੀ ਹਾਂ। ਬਟ ਐਟ ਦ ਸੇਮ ਟਾਈਮ ਜਦੋਂ ਮੈਂ ਲੋਕਾਂ ਦੀ ਪ੍ਰੋਫਾਈਲਸ ਜ਼ਿਆਦਾ ਦੇਖੀਆਂ ਨੇ ਉਦੋਂ ਮੈਂ ਜ਼ਿਆਦਾ ਪਰੇਸ਼ਾਨ ਹੋਈ ਹਾਂ। ਇਹ ਸੱਚਾਈ ਹੈ ਨਾ। ਤੁਸੀਂ ਵਕੇਸ਼ਨਸ 'ਤੇ ਨਹੀਂ ਜਾ ਰਹੇ ਪਰ ਤੁਸੀਂ ਕਿਸੇ ਦੀਆਂ ਪਿਕਚਰਸ ਦੇਖੀਆਂ ਨੇ, ਵਕੇਸ਼ਨਸ 'ਤੇ ਕਹਿੰਦੇ ਹੋ ਤੁਸੀਂ ਡਿਪਰੈਸ ਫੀਲ ਕਰਦੇ ਹੋ। ਹਾਂ ਮੈਂ ਕਿਉਂ ਨਹੀਂ ਜਾ ਰਿਹਾ, ਜਾਂ ਮੇਰੀ ਲਾਈਫ ਇੰਨੀ ਬਿਊਟੀਫੁਲ ਕਿਉਂ ਨਹੀਂ ਹੈ, ਇੰਨਾ ਸੌਖਾ ਕਿਉਂ ਨਹੀਂ ਮੇਰੇ ਵਾਸਤੇ ਸਭ ਕੁਝ ਜਿੰਨਾ ਸੌਖਾ ਇਸ ਇਨਸਾਨ ਵਾਸਤੇ ਹੈ। ਵਾਈ ਇਜ਼ਨਟ ਇਟ ਸੋ ਈਜ਼ੀ ਫॉर ਮੀ। I want the good looks this person has. I want the prosperity, the abundance, the money, the success, ਇੱਦਾਂ ਦੇ ਸ਼ੋਅ ਮੈਨੂੰ ਚਾਹੀਦੇ ਨੇ। ਇਹਨਾਂ ਦੇ ਸ਼ੋਅ 'ਤੇ ਤਾਂ ਫਾਇਰਵਰਕਸ ਨੇ, ਮੇਰੇ ਸ਼ੋਅ 'ਤੇ ਤਾਂ ਫਾਇਰਵਰਕਸ ਵੀ ਹੈ ਨਹੀਂ ਗੇ, ਰਾਈਟ। ਸੋ ਨੋ ਉਹ ਕਹਿੰਦੇ ਹੋਣੇ ਨੇ ਇਹਦੇ ਸ਼ੋਅ 'ਤੇ ਧੂੰਆਂ, ਮੇਰੇ ਸ਼ੋਅ 'ਤੇ ਧੂੰਆਂ ਹੈ ਨਹੀਂ। ਮੈਂ ਕਹਿ ਰਹੀ ਉਹਨਾਂ ਦੇ ਸ਼ੋਅ 'ਤੇ ਫਾਇਰਵਰਕਸ ਨੇ, ਮੇਰੇ ਸ਼ੋਅ 'ਤੇ ਫਾਇਰ। ਸੋ ਐਵਰੀਬਡੀ is just kind of comparing each other to someone who's already comparing themselves to somebody else। ਫਿਰ ਆਪਾਂ ਕਰ ਕੀ ਰਹੇ ਹਾਂ? ਸੋ ਮਾਈਟ ਐਜ਼ ਵੈਲ ਆਪਣੇ ਆਪ ਧਿਆਨ ਦੇ ਦੀ ਥੋੜ੍ਹਾ ਜਿਹਾ ਕਿ ਮੇਰਾ ਕੀ ਦਿਲ ਕਰਦਾ ਕਰਨ ਦਾ, what should I be doing। ਸੋ ਮੈਂ ਇੱਥੇ ਲਿਖਿਆ ਕਿ even I feel insecure and I feel doubtful, but I have to keep myself confident and uplifted। It's my responsibility ਕਿ ਮੇਰਾ mood positive ਰਵੇ। It's my responsibility ਕਿ ਮੈਂ ਜੇ ਮੈਨੂੰ ਕੋਈ ਗਲਤ ਕਹਿੰਦਾ ਨਾਲ ਦੇ ਨਾਲ ਉਹਨਾਂ ਨੂੰ ਮਾफ़ ਕਰ ਦਿਓ। ਜੇ ਮੇਰੇ ਨਾਲ ਕਿਸੇ ਨੇ ਗਲਤ ਕੀਤਾ ਪਿਛਲੇ ਮਹੀਨੇ ਪਿਛਲੇ ਸਾਲ, ਜ਼ਿਆਦਾ ਗਰਜਸ ਨਹੀਂ ਹੋਲਡ ਕਰਨੀਆਂ, ਮਾफ़ ਕਰ ਦਿਓ ਉਹਨਾਂ ਨੂੰ। ਫੋਰਗਿਵਨੈਸ ਬਹੁਤ ਵੱਡੀ ਚੀਜ਼ ਹੈ ਮੇਰੀ ਲਾਈਫ ਵਿੱਚ। ਮੈਂ ਬਹੁਤ ਲੋਕਾਂ ਨੂੰ ਮਾफ़ ਕੀਤਾ ਹੈ ਬਟ ਹੁਣ ਬਸ ਉੱਥੇ ਤੱਕ ਗੱਲ ਨਾ ਪਹੁੰਚੇ, ਆਪਣੇ ਆਪ ਨੂੰ ਪ੍ਰੋਟੈਕਟ ਜ਼ਿਆਦਾ ਕਰਨ ਲੱਗ ਪਈ ਹਾਂ। ਬਿਲਕੁਲ ਆਪਣੇ ਆਪ ਨੂੰ ਮੈਂ ਆਪਣੇ ਸ਼ੈਲ ਵਿੱਚ ਜ਼ਿਆਦਾ ਰੱਖਣ ਲੱਗ ਪਈ ਹਾਂ। ਫੋਰ ਐਗਜ਼ਾਮਪਲ ਲਾਈਕ ਜਦੋਂ ਇੰਟਰਵਿਊਜ਼ ਦੀ ਗੱਲ ਆਈ ਸੀ, ਮੈਂ ਕਿਹਾ ਨਹੀਂ ਕਰਨੀ ਚਾਹੀਦੀ ਕੋਈ ਵੀ ਇੰਟਰਵਿਊ, ਬਿਕਾਜ਼ ਮੈਂ ਇੱਦਾਂ ਖੋਲ੍ਹ ਕੇ ਬਹਿ ਜਾਂਦੀ ਆਪਣੀ ਕਾਪੀ ਜਿੱਦਾਂ ਹੁਣ ਖੋਲ੍ਹੀ ਹੈ ਅਤੇ ਸਭ ਕੁਛ ਕਹਿ ਦਿੰਦੀ ਹਾਂ। ਆਈ ਫੀਲ ਕਿ ਜਿੰਨੀਆਂ ਜਬਲੀਆਂ ਮਾਰਨੀਆਂ ਸੀ ਅੱਜ ਦੇ ਦਿਨ ਮਾਰ ਲਈਆਂ ਨੇ। ਆਈ ਥਿੰਕ ਤੁਹਾਡੇ ਦਿਲ 'ਚ ਕੋਈ ਗੱਲ ਹੋਵੇ। ਮੈਂ ਇੱਕ ਕੋਈ ਵੀ ਗਾਣਾ ਜਿਹੜਾ ਇਸ ਵਕਤ ਤੁਹਾਨੂੰ ਲੱਗੇ ਕਿ ਇਸ ਮੌਕੇ 'ਤੇ ਖਾਸ ਹੋ ਸਕਦਾ ਹੈ, 2 ਲਾਈਨਾਂ। ਕਾਸ਼ ਮੈਂ ਆਪਣੀ ਅਗਲੀ ਐਲਬਮ ਦਾ ਗਾਣਾ ਤੁਹਾਨੂੰ ਸੁਣਾ ਸਕਦੀ, ਬਟ ਜਲਦੀ ਨਹੀਂ ਕਵਾਂਗੀ। ਮੈਂ ਰੀਝ ਨਾਲ ਬਣਾਵਾਂਗੀ ਮੈਂ ਆਪਣੀ ਅਗਲੀ ਐਲਬਮ। ਹੌਲੀ ਹੌਲੀ ਬਣਾਵਾਂਗੀ, ਬਹੁਤ ਕੇਅਰਫੁਲੀ ਚੂਜ਼ ਕਰਨਾ ਚਾਹਾਂਗੀ ਮੈਂ ਕਿ ਆਈ ਵੁੱਡ ਸੇ ਗਾਣੇ ਮੋਸਟਲੀ ਮੈਂ ਹੀ ਲਿਖੇ ਨੇ। ਮੋਸਟਲੀ ਕੀ ਸਾਰੇ ਗਾਣੇ ਮੈਂ ਲਿਖੇ ਨੇ, ਬਟ ਇੱਕ ਮੇਰੇ ਬਹੁਤ ਫੇਵਰੇਟ ਖਾਸ ਰਾਈਟਰ ਨੇ ਜਿਨ੍ਹਾਂ ਦਾ ਗਾਣਾ ਮੈਂ ਕੋਸ਼ਿਸ਼ ਕਰ ਰਹੀ ਹਾਂ ਮੈਂ ਵਿੱਚ ਪਾ ਦਿੰਦੀ ਹਾਂ ਕਿ ਸਿੰਗਲ ਤੋਂ ਛੱਡੋ ਐਲਬਮ ਨਾ
ਐਲਬਮ ਪਤਾ ਕਿੰਨੀ ਪਵਿੱਤਰ ਚੀਜ਼ ਹੁੰਦੀ ਹੈ। ਮੈਂ ਪਹਿਲਾਂ ਤਾਂ ਸ਼ੁਗਲ ਮੇਲਾ ਹੀ ਸੀ ਮੇਰੇ ਵਾਸਤੇ, ਫਰਸਟ ਐਲਬਮ, ਸੈਕਿੰਡ ਐਲਬਮ ਸ਼ੁਗਲ ਮੇਲਾ ਹੀ ਸੀ, ਮੈਨੂੰ ਪਤਾ ਵੀ ਨਹੀਂ ਸੀ ਜ਼ਿਆਦਾ ਕਿੱਦਾਂ ਹੁੰਦਾ। ਅਤੇ ਥਰਡ ਐਲਬਮ ਜਿਹੜੀ ਮੈਂ ਕੀਤੀ ਬਹੁਤ ਸ਼ਿੱਦਤ ਨਾਲ ਕੀਤੀ ਹੈ, ਵਟਸ ਇਨ ਨੇ। ਉਹਦੇ 'ਚ ਜਿਹੜੇ ਗਾਣੇ ਨੇ ਉਹਨਾਂ 'ਚ ਮੈਂ ਪਤਾ ਨਹੀਂ ਕਿੰਨੇ ਸਾਲਾਂ ਦੀਆਂ ਫੀਲਿੰਗਸ ਆਪਣੀਆਂ ਵਿੱਚ ਪਾ ਦਿੱਤੀਆਂ ਨੇ, ਪਤਾ ਨਹੀਂ ਕਿੰਨੇ ਲੋਕਾਂ ਬਾਰੇ ਉਹ ਗਾਣੇ ਨੇ। 5-6 ਸਾਲ ਦੀਆਂ ਫੀਲਿੰਗਾਂ, ਮਤਲਬ ਬਹੁਤ ਸਾਰੇ ਲੋਕਾਂ ਨੇ ਮੈਨੂੰ ਇੰਸਪਾਇਰ ਕੀਤਾ ਉਹ ਐਲਬਮ ਲਿਖਣ ਲਈ, ਹੈ ਨਾ। ਜਿਹੜੀ ਮੇਰੀ ਅਗਲੀ ਐਲਬਮ ਹੈ ਨਾ, ਆਈ ਜਸਟ ਕੈਂਟ ਵੇਟ ਕਿ ਮੈਂ ਉਹ ਐਲਬਮ ਰਿਲੀਜ਼ ਕਰਾਂ। ਬਟ ਉਸ ਤੋਂ ਪਹਿਲਾਂ ਮੈਂ ਲਾਈਨ 'ਚ ਲਾਏ ਹੋਏ ਨੇ ਗਾਣੇ ਕਿ ਤੁਹਾਡੇ ਮੇਰੇ ਵਿੱਚ ਇੱਕ ਸੀਕਰੇਟ ਗੱਲ ਹੈ ਕਿ ਨਹੀਂ, ਸੀਕਰੇਟ ਨਹੀਂ ਰਹਿਣੀ ਬਟ ਮੈਂ ਸ਼ੇਅਰ ਕਰ ਲੈਂਦੀ ਹਾਂ, ਬਿਲਕੁਲ ਭੁੱਲ ਕੇ ਕਿ ਕੈਮਰੇ ਇੱਥੇ ਨੇ। ਕਿ ਪਹਿਲਾਂ ਫੋਰ ਐਗਜ਼ਾਮਪਲ ਮੇਰੀ ਆਡੀਅנס ਹੈ 10 ਲੋਕਾਂ ਦੀ, ਹੈ ਨਾ। ਆਈ ਵਾਂਟ ਕਿ 20 ਲੋਕੀ ਮੈਨੂੰ ਸੁਣਨ। ਪਹਿਲਾਂ ਮੈਨੂੰ ਇਕੱਠੇ ਕਰਨਾ ਪੈਣਾ ਸਾਰਿਆਂ ਨੂੰ। ਅਤੇ ਲੋਕ ਇਕੱਠੇ ਕਿੱਦਾਂ ਹੁੰਦੇ ਨੇ, ਜਦੋਂ ਸੀਜ਼ਨ ਵਾਲੇ ਗਾਣੇ ਹੋਣ, ਜਦੋਂ ਫਨ ਹੋਵੇ, ਜਦੋਂ ਜਿਹਨਾਂ ਨੂੰ ਆਪਾਂ ਬੈਂਗਰਸ ਕਹਿੰਦੇ ਹਾਂ, ਬੈਂਗਰਸ ਨਾਲ ਆਡੀਅנס ਇਕੱਠੀ ਹੁੰਦੀ ਹੈ। ਜੇ 10 'ਚੋਂ ਜਦੋਂ 20 ਲੋਕ ਇਕੱਠੇ ਕਰ ਲਾਂਗੀ ਮੈਂ, ਡਬਲ ਹੀ ਹੋ ਗਈ ਆਡੀਅנס ਮੇਰੀ। ਫਿਰ ਮੈਂ ਰਿਲੀਜ਼ ਕਰਾਂਗੀ ਆਪਣੀ ਅਗਲੀ ਐਲਬਮ, ਕਿਉਂਕਿ ਮੇਰੇ ਵਾਸਤੇ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ। ਮਤਲਬ ਜ਼ਿੰਦਗੀ ਵਿੱਚ ਆਹੀ ਕਰਨ ਆਈ ਹਾਂ ਮੈਂ। ਅਗਲੀ ਐਲਬਮ ਜਿਹੜੀ ਮੇਰੀ ਹੋਏਗੀ, ਮੈਨੂੰ ਨਾ ਮਾਰਕੀਟਿੰਗ ਦਾ ਕੁਛ ਪਤਾ ਨਹੀਂ ਹੈ ਕਿ ਜਿੱਦਾਂ 2 ਮਹੀਨੇ ਬਾਅਦ ਇੱਕ ਗਾਣਾ ਕਰਨਾ ਚਾਹੀਦਾ, ਜਾਂ ਇੰਨੇ ਚਿਰ ਪਹਿਲਾਂ, ਇੰਨੇ ਚਿਰ ਬਾਅਦ, ਜਾਂ ਫਿਰ ਸੀਜ਼ਨਸ ਦਾ, ਜਾਂ ਫਿਰ ਟਰੈਂਡਸ ਦਾ ਮੈਂ ਨਹੀਂ ਧਿਆਨ ਦਿੰਦੀ ਕਦੇ, ਨਾ ਮੈਨੂੰ ਇੰਟਰਸਟ ਹੈ। ਸ਼ਾਇਦ ਉਹ ਮੇਰਾ ਨਾ ਬੜਾ ਸਟਰੋਂਗ ਪੁਆਇੰਟ ਹੈ। ਵਿਊਜ਼ ਘੱਟ ਜ਼ਰੂਰ ਆ ਜਾਣਗੇ, ਮੇਰੇ ਜਿਹੜੇ ਗਾਣੇ ਮੇਰੇ ਬਹੁਤ ਦਿਲ ਦੇ ਕਰੀਬ ਨੇ ਉਹਨਾਂ ਦੇ ਵਿਊਜ਼ ਜ਼ਰੂਰ ਘੱਟ ਆਉਣਗੇ, ਪਰ ਉਹ ਵਿਊਜ਼ ਬੜੇ ਕੀਮਤੀ ਹੋਣਗੇ। ਬਿਲਕੁਲ। ਮੈਂ ਤਾਂ ਕਿਸੇ ਦਿਨ ਵੀ 100 ਮਿਲੀਅਨ ਵਾਲੇ ਵੀ ਮੇਰੇ ਗਾਣੇ ਨੇ ਜਿਹੜੇ ਮੈਂ ਗਾਏ ਨੇ, ਹੈ ਨਾ। 500 ਮਿਲੀਅਨ ਵਾਲੇ ਵੀ ਮੇਰੇ ਗਾਣੇ ਨੇ ਜਿਹੜੇ ਮੈਂ ਗਾਏ ਨੇ। ਮੈਂ ਕਿਸੇ ਦਿਨ ਵੀ, ਐਨੀ ਡੇ, ਆਈ ਵਿਲ ਟੇਕ 1 ਮਿਲੀਅਨ ਪੋਟੈਂਟ ਵਿਊਜ਼, ਜਿਹੜੀਆਂ ਨਾ ਨਜ਼ਰਾਂ ਤੁਹਾਨੂੰ ਇੰਨੇ ਪਿਆਰ ਨਾਲ ਦੇਖਦੀਆਂ ਨੇ, ਜਿਹੜੇ ਲੋਕ ਤੁਹਾਨੂੰ ਚਿੱਠੀਆਂ ਲਿਖ ਕੇ ਭੇਜਦੇ ਨੇ। I will take 1 million views over 100 million views any day. Of course I want ਕਿ ਜਿਹੜੇ 1 million ਲੋਕ ਮੈਨੂੰ ਸੁਣ ਰਹੇ ਨੇ ਉਹ ਕਾਸ਼ ਗਰੋ ਕਰਕੇ ਜ਼ਿਆਦਾ ਹੋਣ। I want ਕਿ ਜਦੋਂ ਮੈਂ ਆਪਣੀ ਅਗਲੀ ਐਲਬਮ ਕਰਾਂ ਬਹੁਤ ਸਾਰੇ ਲੋਕ ਉਹਨੂੰ ਸੁਣਨ, ਪਿਛਲੀ ਐਲਬਮ ਤੋਂ ਵੀ ਜ਼ਿਆਦਾ। ਸੋ ਇਸ ਕਰਕੇ ਮੈਂ ਇੱਦਾਂ ਦੇ ਗਾਣੇ ਕਰਾਂਗੀ ਜਿੱਦਾਂ ਦੇ ਗਾਣੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਪਸੰਦ ਨੇ। ਸ਼ਾਇਦ ਮੈਂ ਇੱਥੇ ਵੀ ਗਲਤ ਹੋਵਾਂ, ਸ਼ਾਇਦ ਮੇਰੀ ਆਡੀਅנס ਇੰਨੀ ਯੂਜ਼ਡ ਹੋ ਚੁੱਕੀ ਹੈ ਮੇਰੀਆਂ ਗੱਲਾਂ, ਮੇਰੇ ਓਨੈਸਟ ਸੱਚ, ਮੇਰੇ ਗਾਣੇ, ਵਲਨਰੇਬਲ ਗਾਣੇ ਸੁਣਨ ਨੂੰ ਇੰਨੀ ਯੂਜ਼ਡ ਹੋ ਗਈ ਹੈ। ਦੇ ਵਿਲ ਸੇ ਕਿ ਤੂੰ ਕਿਉਂ ਗੱਲਾਂ ਕਰਨ ਡਈ ਹੈ ਕਿ ਤੇਰੇ ਵਾਲ ਕਿੰਨੇ ਸੋਹਣੇ ਨੇ ਅਤੇ ਤੇਰੇ ਨੈਣਾਂ 'ਚੋਂ ਸ਼ਰਾਬ ਡੁੱਲਦੀ ਹੈ, ਜਾਂ ਇੱਦਾਂ ਜੋ ਵੀ। ਇੱਦਾਂ ਦੇ ਗਾਣੇ ਮੈਂ ਬਹੁਤ ਕੀਤੇ ਨੇ ਅਤੇ ਮੈਂ ਜਿੰਨੀ ਵਾਰੀ ਕਰਾਂਗੀ ਉਹ ਬਹੁਤ ਸੁਣੇ ਜਾਣਗੇ। ਬਿਲਕੁਲ। ਪਰ ਤੁਸੀਂ ਦੱਸੋ ਮੈਨੂੰ, ਤੁਸੀਂ ਮੇਰੀ ਜਗ੍ਹਾ 'ਤੇ ਹੁੰਦੇ ਅਤੇ ਤੁਸੀਂ ਇੰਨੀ ਸਕਸੈਸ ਦੇਖੀ ਹੁੰਦੀ, ਅਤੇ ਤੁਹਾਡੀ ਇੱਕ ਡਿਊਟੀ ਵੀ ਹੁੰਦੀ ਕਿ ਯਾਰ ਹੋਰ ਵੀ ਤਾਂ ਕੋਈ ਗੱਲਾਂ ਕਰਨੀਆਂ ਨੇ। ਬਿਲਕੁਲ ਬਿਲਕੁਲ। ਤੁਸੀਂ ਕੀ ਕਰਦੇ? ਬਹੁਤ ਸੋਹਣੀ ਗੱਲ ਸੀ। ਹੁਣ ਇੱਕ ਸੋਹਣਾ ਜਿਹਾ ਗਾਣਾ ਸਾਨੂੰ ਗਾਣਾ ਹੀ ਤਾਂ ਮੈਂ ਅਵੋਇਡ ਕਰਨ ਵਿੱਚ ਗਾਣਾ ਗਾ ਹੋ ਜਾਏ ਫਿਰ ਸਹੀ ਆ। ਮੈਂ ਕਿਹੜਾ ਗਾਣਾ ਗਾ ਸਕਦੀ ਹਾਂ ਯਾਰ? ਮਤਲਬ ਇਹ ਕੋਈ
ਮੈਂਡੇਟਰੀ ਨਹੀਂ ਆ, ਅਗਰ ਤੁਹਾਡਾ ਦਿਲ ਕਰਦਾ ਤੇ ਤੁਸੀਂ ਸੁਣਾ ਸਕਦੇ ਗਾਣਾ ਆਪਾਂ ਰਹਿਣ ਦਿੰਦੇ ਆ। ਉਹਦਾ ਆਪਾਂ ਮੈਂ ਘੰਟਾ 2 ਘੰਟੇ ਹੁਣ ਮੈਂ ਖੁੱਲ ਗਈ ਆ ਨਾ, ਹੁਣ ਮੈਂ ਹੋਰ ਗੱਲਾਂ ਕਰ ਸਕਦੀ ਆ। ਡਨ। ਤੁਸੀਂ ਮੈਨੂੰ ਦੱਸੋ। ਮੈਂ ਨਾ ਕਈ ਵਾਰੀ ਇੰਟਰਵਿਊਜ਼ ਦੇ ਵਿੱਚ ਮੈਂ ਗੱਲਾਂ ਕਰਦੇ ਕਰਦੇ ਆਪਾਂ ਭੁੱਲ ਜਾਈਦਾ ਵੀ ਆਪਾਂ ਕਿਸੇ ਸਿੰਗਰ ਨਾਲ ਇੰਟਰਵਿਊ ਕਰ ਰਹੇ ਹਾਂ ਤੇ ਤੁਸੀਂ ਗਾਣਾ ਵੀ ਸੁਣਨਾ। ਮੈਨੂੰ ਕਈ ਵਾਰੀ ਫਿਰ ਬਾਅਦ ਚੋਂ ਲਿਖ ਵੀ ਦਿੰਦੇ ਨੇਗੇ ਕਿ ਤੁਸੀਂ ਗਾਣਾ ਹੀ ਨਹੀਂ ਸੁਣਿਆ ਹੈਗਾ, ਤਾਂ ਉਹ ਜਿਵੇਂ ਇਸ ਟਾਈਮ ਮੇਰਾ ਉਹ ਪ੍ਰੈਸ਼ਰ ਆ ਕਿ ਚਲੋ ਗਾਣਾ ਸੁਣ ਲੈਂਦੇ ਹਾਂ। ਦੈਟਸ ਓਕੇ। ਪਰ ਨਹੀਂ, ਅਗਰ ਤੁਸੀਂ ਨਹੀਂ ਕੰਫਰਟੇਬਲ ਹੈਗੇ ਤਾਂ ਆਪਾਂ ਕੋਈ ਇਸ਼ੂ ਨਹੀਂ ਹੈ। ਮੇਰੇ ਗਾਣੇ ਸੱਚੀ ਕਿੰਨੇ ਸੋਹਣੇ ਗਾਣੇ ਮੇਰੇ ਹਿੱਸੇ ਆਏ ਨੇ। ਮੇਰੇ ਨੈਣ ਨੇ ਸ਼ਰਾਬ ਦੀਆਂ 2 ਬੋਤਲਾਂ, ਇਹਨਾਂ ਬੋਤਲਾਂ 'ਚ ਸਿਪ ਸਿਪ ਪੀਵੇ, ਕੁੜੀ ਮੈਂ ਕੱਲੀ ਕਰਾਂ ਛੱਲੀ ਮਾਰਾਂ ਫੈਰ ਜੇ ਅੱਖ ਡਾਵੇ, ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ, ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ, ਮੈਂ ਸਿਆਲੜ ਪੁਣੇ 'ਚ ਅਜੇ ਪੈਰ ਰੱਖਿਆ, ਅੱਖ ਸੁਰਮੇ ਨਾਲ ਲੱਦੀ ਹੋਈ ਨਾਰ ਦੀ, ਖਿੱਚ ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ, ਬੱਦਲ ਹੀ ਆ ਗਏ ਜ਼ਮੀਨ ਤੇ, ਪੈਰ ਪੰਜੇ ਬਾਂਹ ਪਾਈਆਂ, ਸੀਟ ਝਾੜ ਕੇ ਗੱਡੀ ਦੀ ਰੱਖੀ ਚੋਬਰਾ, ਬਹਿਣਾ ਸ਼ਕੀਨ ਜੱਟੀ ਨੇ, ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ, ਜੱਟ ਧਰ ਦੂੰ ਹਿਲਾ ਕੇ ਚੰਨਾ ਸਾਰੇ, ਕੈਲੀ ਵਿੱਚ ਰਹਿੰਦੀ ਹਾਂ ਬਿਲੋਂਗ ਆ ਦੁਆਬੇ ਤੋਂ, ਪੰਜਾਬ ਆ ਕੇ ਖਾਈਦਾ ਦੇਸੀ ਜਿਹੇ ਢਾਬੇ ਤਿੱਖਾ ਖਾ ਕੇ ਕਰੀਦਾ ਨਸੀਬ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ, ਸਾਡੇ ਨਾਲ ਦਿਲ ਤੋਂ ਦਿਲ ਦੀਆਂ ਗੱਲਾਂ ਕੀਤੀਆਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੈਂ ਹਜੇ ਹੋਰ ਕਰਨੀ ਆ। ਅੱਛਾ ਜੀ। ਕੈਮਰੇ ਰੋਲ ਨੇ ਆਪਾਂ ਹਲੇ ਕੱਟ ਨਹੀਂ ਕੀਤਾ। ਸਹੀ ਹੈ। ਹੋਰ ਕਿਹੜੀ ਗੱਲ ਕਰ ਸਕਦੇ ਹਾਂ ਆਪਾਂ ਜਿਹਦੇ ਨਾਲ, ਜਿੱਦਾਂ ਲੈਟਸ ਜਸਟ ਸੇ ਕੋਈ 13-14 ਸਾਲ ਦੀ ਕੁੜੀ ਸਾਨੂੰ ਸੁਣ ਰਹੀ ਹੈ ਨਾ, ਆਪਾਂ ਦੋਵੇਂ ਇੰਨੇ ਪਿਆਰ ਨਾਲ ਗੱਲ ਕਰ ਰਹੇ ਹਾਂ, ਆਪਾਂ ਇੰਨੀਆਂ ਸਾਰੀਆਂ ਗੱਲਾਂ ਕੀਤੀਆਂ, ਅਸੀਂ ਜਿਹੜੀ ਨੈਕਸਟ ਜਨਰੇਸ਼ਨ ਹੈ ਐਜ਼ 2 women ਆਪਾਂ ਕਿੱਦਾਂ ਇੰਸਪਾਇਰ ਕਰ ਸਕਦੇ ਹਾਂ। ਲਾਈਕ ਤੁਹਾਡੇ 'ਚ ਵੀ ਇੰਨੀ ਪਾਵਰ ਹੈ, ਮੇਰੇ 'ਚ ਵੀ ਇੰਨੀ ਪਾਵਰ ਹੈ, ਆਪਾਂ ਕੁਛ ਬੋਲਦੇ ਹਾਂ ਅਤੇ ਲੋਕ ਸਾਨੂੰ ਸੁਣਦੇ ਨੇ, ਅਸੀਂ ਕੀ ਕਹਿ ਸਕਦੇ ਹਾਂ ਇੱਦਾਂ, ਕੀ ਕਰ ਸਕਦੇ ਹਾਂ ਇੱਦਾਂ ਕਿ ਜਿਹਦੇ ਨਾਲ ਜਿਹੜੀਆਂ ਕੁੜੀਆਂ ਮਤਲਬ 10-20 ਸਾਲਾਂ ਬਾਅਦ ਆਪਣੇ ਬਹੁਤ ਸਕਸੈਸਫੁਲ ਕਰੀਅਰਸ ਵਿੱਚ, ਆਪਣੇ ਸਕਸੈਸਫੁਲ ਲਾਈਵਸ ਵਿੱਚ ਫਲਰਿਸ਼ ਕਰ ਰਹੀਆਂ ਹੋਣਗੀਆਂ, ਉਹਨਾਂ ਨੂੰ ਕਿਹੜੀ ਚੀਜ਼ ਇੱਦਾਂ ਦੀ ਹੈ ਜਿਹੜੀ ਕੌਨਫੀਡੈਂਸ ਦੇਵੇ ਹੁਣ ਕਿ ਉਹਨਾਂ ਦੀ ਲਾਈਫ ਬੜੀ ਸੌਖੀ ਹੋ ਜੇ। ਜਿੱਦਾਂ ਅਸੀਂ ਵੀ ਬਹੁਤ ਹਾਰਡਸ਼ਿਪਸ ਦੇਖੀਆਂ ਨੇ, ਆਪਾਂ ਵੀ ਬਹੁਤ ਸਟਰਗਲਸ ਦੇਖੇ ਨੇ, ਬਟ ਇੱਦਾਂ ਦਾ ਕੀ ਆਪਾਂ ਸ਼ੇਅਰ ਕਰ ਸਕਦੇ ਹਾਂ ਯੰਗ ਕੁੜੀਆਂ ਦੇ ਨਾਲ ਕਿ ਉਹਨਾਂ ਦਾ ਸਟਰਗਲ ਥੋੜ੍ਹਾ ਘੱਟ ਜੇ। ਮੈਨੂੰ ਲੱਗਦਾ ਕਿ ਸਟਰਗਲ ਤਾਂ ਓਨਾ ਹੀ ਹੋਣਾ ਚਾਹੀਦਾ ਜਿੰਨਾ ਕਿਸੇ ਦੇ ਹਿੱਸੇ ਆਵੇ, ਉਹਨਾਂ ਨੂੰ ਕਰਨਾ ਚਾਹੀਦਾ ਗਾ, ਕਿਉਂਕਿ ਸਟਰਗਲ ਹੀ ਉਹ ਤੁਹਾਡਾ ਇੱਕ ਟਾਈਮ ਹੁੰਦਾ, ਤੁਹਾਡਾ ਪੀਰੀਅਡ ਹੁੰਦਾ ਜਿਹੜਾ ਕਿ ਤੁਹਾਨੂੰ ਸ਼ੇਪ ਕਰਦਾ ਆ, ਬੈਟਰ ਸ਼ੇਪ ਕਰਦਾ ਆ, ਤੁਹਾਨੂੰ ਹੋਰ ਸਟਰੋਂਗ ਕੌਨਫੀਡੈਂਟ ਬਣਾਉਂਦਾ ਆ, ਤੁਹਾਨੂੰ ਲਾਈਫ ਦੇ ਵਿੱਚ ਸਹੀ ਫੈਸਲੇ ਲੈਣੇ ਸਿਖਾਉਂਦਾ ਆ, ਹੈ ਨਾ, ਸਹੀ ਅਤੇ ਗਲਤ ਦਾ ਫਰਕ ਸਿਖਾਉਂਦਾ ਆ। ਪਰ ਮੈਨੂੰ ਲੱਗਦਾ ਹੈ ਕਿ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਲਾਈਫ ਦੇ ਵਿੱਚ ਮੋਟੀਵੇਟਡ ਤੁਸੀਂ ਕਿੱਦਾਂ ਰਹਿਣਾ ਆ। ਸਟਰਗਲ ਸੌਖਾ ਨਾ ਹੋਵੇ, ਸਟਰਗਲ ਤਾਂ ਮਤਲਬ ਜਿਵੇਂ ਦਾ ਹੈਗਾ ਤੁਸੀਂ ਉਹ ਜਿੰਨਾ ਔਖਾ ਹੋਊਗਾ ਜਾਂ ਜਿੰਨਾ ਡਿਫੀਕਲਟ ਹੋਊਗਾ ਉਨੀ ਹੀ ਤੁਹਾਡੀ ਸਟਰੋਂਗ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਉਹਦੇ ਨਾਲ, ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਕਿ ਉਹ ਅਗਰ ਤੁਸੀਂ ਉਸ ਫੇਜ਼ ਦੇ ਵਿੱਚ ਹੈਗੇ ਹੋ ਤਾਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਤੁਹਾਨੂੰ ਫੋਕਸ ਕਰਨਾ ਚਾਹੀਦਾ ਜਾਂ ਕਿਹਨਾਂ 'ਤੇ ਤੁਹਾਨੂੰ ਫੋਕਸ ਨਹੀਂ ਕਰਨਾ ਚਾਹੀਦਾ, ਜਾਂ ਲਾਈਫ ਦੇ ਵਿੱਚ ਜਿਵੇਂ ਸੋਨੇ ਦੀ ਚਿੜੀਆ ਦਾ ਜਿਹੜਾ ਤੁਹਾਡਾ ਗ੍ਰਾਫਿਕ ਵੀਡੀਓ ਸੀਗਾ, ਹੈ ਨਾ, ਐਨੀਮੇਟਡ ਵੀਡੀਓ ਸੀਗਾ, ਤਾਂ ਉਹਦੇ ਵਿੱਚ ਬਹੁਤ ਵੱਡਾ ਮੈਸੇਜ ਸੀਗਾ ਕਿ ਕਿਹੜੀਆਂ ਚੀਜ਼ਾਂ ਤੁਹਾਡੀ ਇੱਕ ਪਾਸੇ ਤੁਹਾਡੇ ਲਾਈਫ ਗੋਲਸ ਚੱਲ ਰਹੇ ਨੇ, ਇੱਕ ਪਾਸੇ ਤੁਹਾਡੀਆਂ ਡਿਸਟਰੈਕਸ਼ਨਸ ਚੱਲ ਰਹੀਆਂ ਨੇ, ਪਰ ਤੁਸੀਂ ਧਿਆਨ ਕਿੱਧਰ ਨੂੰ ਦੇਣਾ ਹੈ, ਤੁਸੀਂ ਆਪਣੀ ਲਾਈਫ ਗੋਲਸ ਵੱਲ ਨੂੰ ਧਿਆਨ ਦੇਣਾ ਹੈ, ਤੁਸੀਂ ਆਪਣੀਆਂ ਡਿਸਟਰੈਕਸ਼ਨਸ ਨੂੰ ਅਵੋਇਡ ਕਰਨਾ ਹੈ ਨਾ। ਸੋ ਮੈਨੂੰ ਲੱਗਦਾ ਕਿ ਉਹ ਇੱਕ ਗੱਲ ਹੋ ਸਕਦੀ ਹੈ ਕਿ ਜਦੋਂ ਤੁਸੀਂ ਉਸ ਏਜ ਦੇ ਵਿੱਚੋਂ ਜਿੱਥੇ ਤੁਸੀਂ ਲਾਈਫ 'ਚ ਕੁਛ ਬਣਨਾ ਚਾਹੁੰਦੇ ਹੋ,
ਉਹਨੂੰ ਸਟਰਗਲ ਵੀ ਕਹਿ ਸਕਦੇ ਹਾਂ, ਉਹਨੂੰ ਤੁਹਾਡਾ ਲਰਨਿੰਗ ਪੀਰੀਅਡ ਵੀ ਕਹਿ ਸਕਦੇ ਹਾਂ। ਤਾਂ ਉਸ ਪੀਰੀਅਡ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ 'ਤੇ ਤੁਸੀਂ ਧਿਆਨ ਦੇਣਾ ਆ, ਕਿਹੜੀਆਂ-ਕਿਹੜੀਆਂ ਚੀਜ਼ਾਂ 'ਤੇ ਤੁਸੀਂ ਧਿਆਨ ਨਹੀਂ ਦੇਣਾ। ਅਗਰ ਤੁਸੀਂ ਇਹ ਤੈਅ ਕਰ ਲਾਂਗੇ, ਫਿਰ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਉਸ ਫੇਜ਼ ਦੇ ਵਿੱਚੋਂ ਬਹੁਤ ਹੀ ਸਮੂਥਲੀ ਅੱਗੇ ਵੱਧ ਸਕਦੇ ਹਾਂ ਆਪਣੇ ਏਮ ਵੱਲ, ਆਪਣੇ ਗੋਲ ਵੱਲ, ਹੈ ਨਾ। ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਉਸ ਟਾਈਮ ਤੁਹਾਡੀਆਂ ਕਿਹੜੀਆਂ ਚੀਜ਼ਾਂ ਤੁਹਾਡੀ ਸਟਰੈਂਥ ਬਣ ਸਕਦੀਆਂ ਨੇ, ਸਾਨੂੰ ਉਸ ਚੀਜ਼ ਬਾਰੇ ਗੱਲ ਕਰਨੀ ਚਾਹੀਦੀ ਆ, ਰੈਦਰ ਦੈਨ ਕਿ ਮਤਲਬ ਮੈਂ ਤੁਹਾਡੇ ਨਾਲ ਡਿਸਐਗਰੀ ਨਹੀਂ ਕਰ ਰਹੀ, ਪਰ ਮੈਂ ਕਹਿੰਦੀ ਹਾਂ ਕਿ ਉਸ ਚੀਜ਼ ਬਾਰੇ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ ਕਿ ਤੁਹਾਡਾ ਸਟਰਗਲ ਸੌਖਾ ਹੋ ਜਾਵੇ, ਹੈ ਨਾ। ਪਰ ਤੁਹਾਡੇ ਸਟਰਗਲ 'ਚ ਕਿਹੜੀਆਂ ਚੀਜ਼ਾਂ ਤੁਹਾਡੀ ਸਟਰੈਂਥ ਬਣ ਸਕਦੀਆਂ ਨੇ, ਤੁਸੀਂ ਉਹਨਾਂ ਨੂੰ ਕਿਵੇਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਇਹ ਚੀਜ਼ਾਂ ਮੇਰੀ ਲਾਈਫ ਦੇ ਵਿੱਚ, ਮੇਰੀ ਜਰਨੀ ਦੇ ਵਿੱਚ ਮੇਰੇ ਪਲੱਸ ਨੇ, ਮੇਰੀ ਸਟਰੈਂਥ ਆ, ਉਹ ਤੁਸੀਂ ਕਿਵੇਂ ਆਇਡੈਂਟੀਫਾਈ ਕਰਨੀਆਂ ਨੇਗੀਆਂ ਉਸ ਟਾਈਮ ਦੌਰਾਨ, ਹੈ ਨਾ। ਆਈ ਐਗਰੀ। ਆਈ ਥਿੰਕ ਅਭੀ ਬਹੁਤ ਸੋਹਣਾ ਇਹ ਚੀਜ਼ ਦਾ ਇੱਕ ਡਿਫਰੈਂਟ ਪਰਸਪੈਕਟਿਵ ਹੈ। ਆਈ ਥਿੰਕ ਬਹੁਤ ਸੋਹਣਾ। ਆਈ ਥਿੰਕ ਸੋ ਕੁੜੀਆਂ ਵੀ ਆਪਾਂ ਵਿੱਚ ਐਡ ਕਰ ਲੈਣੇ ਅਤੇ ਮੁੰਡੇ ਵੀ, ਜਿਹੜੇ 13-14 ਸਾਲ ਦੇ ਬੱਚੇ ਇਸ ਟਾਈਮ ਸਾਨੂੰ ਦੇਖ ਰਹੇ ਨੇ ਜਾਂ ਫਿਰ ਪਤਾ ਨਹੀਂ ਕਦੋਂ ਇਹ ਇੰਟਰਵਿਊ ਦੇਖਣਗੇ। ਆਈ ਥਿੰਕ ਵਟ ਡੂ ਯੂ ਥਿੰਕ ਕਿ ਇੱਕ ਲਿਸਟ ਬਣਾ ਲੈਣੀ ਚਾਹੀਦੀ ਹੈ ਯੰਗ ਉਮਰ ਵਿੱਚ ਹੀ ਕਿ ਤੁਸੀਂ ਕਿੱਦਾਂ ਦੀ ਲਾਈਫ ਚਾਹੁੰਦੇ ਹੋ, ਰਾਈਟ, ਅਤੇ ਕਿੱਦਾਂ ਦੀ ਲਾਈਫ ਤੁਹਾਡੀ ਆਈਡੀਅਲ ਲਾਈਫ ਹੈ, ਅਤੇ ਉਹ ਲਿਸਟ ਆਪਣੇ ਨਾਲ ਰੱਖਣੀ ਹੈ ਹਮੇਸ਼ਾ। ਬਿਕੋਜ਼ ਤੁਹਾਨੂੰ ਬਹੁਤ ਲੋਕ ਮਿਲਣਗੇ ਜਿਹੜੇ ਤੁਹਾਨੂੰ ਡਿਸਟਰੈਕਟ ਕਰਨਗੇ, ਬਹੁਤ ਸਾਰੇ ਐਕਸਪੀਰੀਅੰਸਿਸ ਹੋਣਗੇ ਲਾਈਫ ਵਿੱਚ ਜਿਹੜੇ ਤੁਹਾਨੂੰ ਡਿਸਟਰੈਕਟ ਕਰਨਗੇ। ਮੈਨੂੰ ਤਾਂ ਕਾਪੀਆਂ ਨਾਲ ਬਹੁਤ ਪਿਆਰ ਹੈ, ਮੈਨੂੰ ਲਿਖਣ ਨਾਲ ਬਹੁਤ ਪਿਆਰ ਹੈ। ਆਈ ਥਿੰਕ ਕਿ ਇੱਕ ਛੋਟੀ ਉਮਰ 'ਚ ਨਾ 13-14 ਸਾਲ ਦੀ ਉਮਰ ਵਿੱਚ ਹੀ ਲਿਖ ਲੈਣਾ ਚਾਹੀਦਾ ਕਿ ਮੈਨੂੰ ਆ ਮੈਨੂੰ ਲਾਈਫ 'ਚ ਚਾਹੀਦਾ, ਅਤੇ ਇਹ ਸਾਰੀਆਂ ਚੀਜ਼ਾਂ ਵਾਸਤੇ ਮੈਂ ਇਹ ਕਰਨ ਨੂੰ ਤਿਆਰ ਹਾਂ, ਇੰਨਾ ਸਟਰਗਲ ਕਰਨ ਨੂੰ ਤਿਆਰ ਹਾਂ, ਇੰਨਾ ਸੈਕਰੀਫਾਈਸ ਕਰਨ ਨੂੰ ਤਿਆਰ ਹਾਂ। ਜੇ ਬਹੁਤ ਸ਼ਾਨੋ ਸ਼ੌਕਤ ਚਾਹੀਦੀ ਹੈ, ਜੇ ਬਹੁਤ ਸਕਸੈਸ ਅਤੇ ਬਹੁਤ ਗਲੈਮਰ, ਬਹੁਤ ਫੇਮ, ਬਹੁਤ ਪੈਸਾ ਚਾਹੀਦਾ, ਉਹਦੇ ਲਈ ਤੁਹਾਨੂੰ ਕਿੰਨਾ ਕੁਛ ਦੇਣਾ ਪੈਂਦਾ ਹੈ। ਬਿਲਕੁਲ। ਅਤੇ ਉਹ ਚੀਜ਼ਾਂ ਆਈ ਥਿੰਕ ਸ਼ੁਰੂ ਤੋਂ ਹੀ ਜੇ ਟੀਨੇਜਰਸ ਹੀ ਦੇਖਣਾ ਸ਼ੁਰੂ ਕਰ ਦੇਣ, ਉਹ ਇਵੈਲੂਏਟ ਕਰਨਾ ਸ਼ੁਰੂ ਕਰ ਦੇਣ, ਆਈ ਥਿੰਕ ਫਿਰ ਬਹੁਤ ਸੋਹਣਾ ਹੋਏਗਾ। ਬਿਕੋਜ਼ ਉਹਨਾਂ ਦੀ ਵਿਜ਼ਨ ਉਦੋਂ ਤੋਂ ਸ਼ਾਰਪ ਹੋਣੀ ਸ਼ੁਰੂ ਹੋ ਜਾਏਗੀ, ਯੂ ਨੋ। ਇੰਸਟੈਡ ਕਿ ਜਿੱਦਾਂ ਇਮੈਜਿਨ ਕਰੋ, ਮੈਂ ਵੀ ਕਾਲਜ ਤੇ ਮੈਂ US ਗਈ ਹਾਂ, ਰਾਈਟ। ਤੁਸੀਂ ਪਹਿਲਾਂ ਜਾਂਦੇ ਹੋ, ਹਾਈ ਸਕੂਲ ਜਾਂਦੇ ਹੋ, ਠੀਕ ਹੈ, ਚਲੋ ਸਹੀ ਮੰਨਿਆ ਉਦੋਂ ਤੱਕ। ਉਸ ਤੋਂ ਬਾਅਦ ਕਮਿਊਨਿਟੀ ਕਾਲਜ ਜਾ ਰਹੇ ਹੋ, ਫਿਰ ਤੁਸੀਂ ਯੂਨੀਵਰਸਿਟੀ ਜਾ ਰਹੇ ਹੋ, ਫਿਰ ਤੁਸੀਂ ਅੱਗੇ ਪੜ੍ਹੀ ਜਾਂਦੇ। ਮੈਂ ਬਹੁਤ ਪੜ੍ਹੀ ਹਾਂ ਜਿਹੜਾ ਮੈਂ ਯੂਜ਼ ਨਹੀਂ ਕਰ ਰਹੀ। ਮੈਂ ਨਾ ਤਾਂ ਸਾਈਕੋਲੋਜੀ ਦੀ ਫੀਲਡ 'ਚ ਕੁਛ ਕਰ ਰਹੀ ਹਾਂ, ਇਹਦਾ ਮਤਲਬ ਇਹ ਨਹੀਂ ਹੈ ਸਾਈਕੋਲੋਜੀ ਨਾਲ ਬਹੁਤ ਪਿਆਰ ਹੈ ਮੈਨੂੰ, ਬਟ ਆਈ ਡੋਂਟ ਨੋ ਕਿ ਆਪਾਂ ਐਜੂਕੇਸ਼ਨ ਸਿਸਟਮ ਨੂੰ ਕਿੱਦਾਂ ਹੋਰ ਮੋਲਡ ਕਰ ਸਕਦੇ ਹਾਂ ਕਿ ਜਿਹੜੇ ਐਕਚੁਅਲ ਵਿੱਚ ਸਟੂਡੈਂਟਸ ਜਿਨ੍ਹਾਂ ਨੂੰ ਬਹੁਤ ਪਿਆਰ ਐਜੂਕੇਸ਼ਨ ਆ, ਉਹਨਾਂ ਨੂੰ ਕਿੱਦਾਂ ਆਪਾਂ ਉਹਨਾਂ ਰਾਹਾਂ 'ਤੇ ਲੈ ਕੇ ਜਾਈਏ ਜਿੱਥੇ ਉਹਨਾਂ ਨੂੰ ਐਕਚੁਅਲ 'ਚ ਹੈਲਪ ਵੀ ਹੋਵੇ। ਬਿਲਕੁਲ, ਯੂ ਨੋ। ਆਈ ਮੀਨ ਆਈ ਡੋਂਟ ਨੋ, ਮੈਂ ਵੀ ਜਿੱਦਾਂ ਮੈਂ ਵੀ ਐਜੂਕੇਸ਼ਨ ਵਿੱਚ ਵੀ ਹਾਂ ਮੈਂ, ਰਾਈਟ। ਮੈਂ ਛੋਟੇ ਬੱਚਿਆਂ ਨੂੰ ਪੜ੍ਹਾਇਆ। ਆਈ ਥਿੰਕ ਕਈ ਚੀਜ਼ਾਂ ਬੜੀਆਂ ਨੌਨਸੈਂਸ ਹੁੰਦੀਆਂ ਨੇ ਜਿਹੜੀਆਂ ਆਪਾਂ ਪੜ੍ਹਾ ਰਹੇ ਹਾਂ ਬੱਚਿਆਂ ਨੂੰ, ਜਿਹੜੀਆਂ ਸਾਲ ਤੋਂ ਬਾਅਦ ਪੜ੍ਹੀ ਜਾਂਦੇ ਹਾਂ ਆਪਾਂ। ਮੈਂ ਅੱਜ ਤੱਕ ਜਿਓਮੈਟਰੀ ਨਹੀਂ ਯੂਜ਼ ਕੀਤੀ, ਨੋ ਡਿਸਰਿਸਪੈਕਟ ਜੇ ਕੋਈ ਹੋਣਗੇ ਮੈਥਮੈਟਿਕਸ ਸਟੂਡੈਂਟਸ। ਮੈਂ ਅੱਜ ਤੱਕ ਨਾ ਤਾਂ ਕੈਮਿਸਟਰੀ ਯੂਜ਼ ਕੀਤੀ ਆ, ਅਤੇ ਨਾ ਮੈਂ ਜਿਓਮੈਟਰੀ ਯੂਜ਼ ਕੀਤੀ ਹੈ, ਅਤੇ ਐਲਜਬਰਾ ਵੀ ਨਹੀਂ ਯੂਜ਼ ਕੀਤਾ ਮੈਂ। ਤੁਸੀਂ ਇੱਦਾਂ ਦਾ ਕੋਈ ਸਬਜੈਕਟ ਹੋਵੇ ਜਿਹੜਾ ਯੂਜ਼ ਨਹੀਂ ਕੀਤਾ? ਹਾਂ, ਮੈਨੂੰ ਲੱਗਦਾ ਵੈਸੇ ਵੀ ਮੈਂ ਮੈਥਮੈਟਿਕਸ ਦੇ ਵਿੱਚ ਬਹੁਤ ਪੂਅਰ ਸੀਗੀ, ਅਤੇ ਮੈਨੂੰ ਲੱਗਦਾ ਹੁੰਦਾ ਕਿ ਜਿੰਨਾ ਕੁ ਲਾਈਫ 'ਚ ਜ਼ਰੂਰੀ ਹੁੰਦਾ ਆ ਉਹ ਤੁਹਾਨੂੰ ਮਤਲਬ ਬੇਸਿਕ ਆਉਂਦਾ ਹੀ ਹੁੰਦਾ ਆ, ਹੈ ਨਾ। ਤੁਸੀਂ ਸਿੱਖ ਜਾਂਦੇ ਹੋ, ਪਰ cos ਥੀਟਾ, tan ਥੀਟਾ ਜਾਂ ਥਿਊਰਮਸ ਜਿਹੜੀਆਂ ਆਪਾਂ ਪੜ੍ਹਦੇ ਹਾਂ, ਹੈ ਨਾ, ਉਹ ਮੈਨੂੰ ਲੱਗਦਾ ਹੈ ਕਿ ਹਾਂ ਜਿਨ੍ਹਾਂ ਨੇ ਮਤਲਬ ਤੁਸੀਂ ਮੈਥਮੈਟਿਕਸ ਦੇ ਪ੍ਰੋਫੈਸਰ ਬਣੇ ਹੋ, ਤੁਹਾਡੇ ਲਈ ਉਹ ਕੰਮ ਆ ਸਕਦੀਆਂ ਨੇ, ਕਿਉਂਕਿ ਤੁਸੀਂ ਅੱਗੇ ਵੀ ਡਿਲੀਵਰ ਕਰਨੀਆਂ ਨੇ ਚੀਜ਼ਾਂ। ਜਾਂ ਤੁਸੀਂ ਅਕਾਊਂਟਸ ਦੇ ਫੀਲਡ ਦੇ ਵਿੱਚੋਂ, ਉੱਥੇ ਤੁਹਾਡੇ ਉਹ ਕੰਮ ਆਉਣਗੀਆਂ। ਪਰ ਬਹੁਤ ਸਾਰੀਆਂ ਥਿਊਰਮਸ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਤੰਗ ਕੀਤਾ, ਹੈ ਨਾ, ਪਰ ਉਹ ਮੇਰੀ ਲਾਈਫ 'ਚ ਤਾਂ ਨਹੀਂ ਕਿਤੇ ਵੀ ਕੰਮ ਆ ਰਹੀ। ਜਰਨਲਿਜ਼ਮ ਫੀਲਡ 'ਚ ਆਉਣ ਦਾ ਮੇਰਾ ਰੀਜ਼ਨ ਹੀ ਇਹ ਸੀਗਾ ਕਿ ਮੈਂ ਕੋਈ ਉਹ ਡਿਗਰੀ ਨਹੀਂ ਕਰਨੀ ਹੈਗੀ ਵੀ ਮੈਂ ਡਿਗਰੀ ਕਰ ਲਈ, ਮੇਰੇ ਕੋਲ ਇੱਕ ਪੇਪਰ ਆ ਗਿਆ ਅਤੇ ਮੈਨੂੰ ਹੁਣ ਪਤਾ ਨਹੀਂ ਹੈ ਮੈਂ ਪ੍ਰੈਕਟੀਕਲ ਲਾਈਫ 'ਚ ਕਰਨਾ ਕੀ ਆ। ਮੈਨੂੰ ਸੀਗਾ ਕਿ ਲਾਈਫ 'ਚ ਉਹ ਚੀਜ਼ਾਂ ਪੜ੍ਹੋ ਜਿਹੜੀਆਂ ਕਿ ਤੁਹਾਡੀ ਪ੍ਰੈਕਟੀਕਲ ਲਾਈਫ 'ਚ ਕੰਮ ਆਉਣੀਆਂ ਨੇਗੀਆਂ, ਜਾਂ ਜਿਨ੍ਹਾਂ ਨੂੰ ਪੜ੍ਹ ਕੇ ਹੀ ਤੁਸੀਂ ਪ੍ਰੈਕਟੀਕਲ ਕਰ ਰਹੇ ਹੋ ਅੱਗੇ ਜ਼ਿੰਦਗੀ 'ਚ। ਸੋ ਮੈਨੂੰ ਲੱਗਦਾ ਕਿ ਮੈਂ ਸਹੀ ਟਾਈਮ 'ਤੇ ਸਹੀ ਡਿਸੀਜ਼ਨ ਲਿਆ। ਦੈਟਸ ਬੈਸਟ। ਇੱਦਾਂ ਹੀ ਹੋਣਾ ਚਾਹੀਦਾ। ਆਈ ਥਿੰਕ ਇੱਦਾਂ ਹੀ ਸਾਰਿਆਂ ਦੀ ਲਾਈਫ ਹੋਣੀ ਚਾਹੀਦੀ ਹੈ। ਆਈ ਵਿਸ਼ ਕਿ ਜਿਹੜੇ ਲੋਕ ਸਾਨੂੰ ਹੁਣ ਸੁਣ ਰਹੇ ਨੇ ਐਂਡ ਉਹ ਬਹੁਤ ਯੰਗ ਨੇ ਜਾਂ ਜਿਹੜੀ ਵੀ ਉਮਰ 'ਚ ਨੇ, ਆਈ ਵਿਸ਼ ਕਿ ਉਹ ਇੱਕ ਬੜਾ ਸਟਰੋਂਗ ਸਟੈਪ ਲੈ ਲੈਣ ਟੂਵਰਡਸ ਦੇਅਰ ਡਰੀਮਸ। ਕਿਉਂਕਿ ਯਾਰ ਸਾਰੀ ਉਮਰ ਉਹ ਕਰਨ ਦਾ ਫਾਇਦਾ ਹੀ ਨਹੀਂ ਹੈ ਜਿਨ 'ਚ ਤੁਹਾਨੂੰ ਨਾ ਇੰਟਰਸਟ ਹੈ, ਨਾ ਤੁਹਾਨੂੰ ਉਹ 'ਚ ਬਿਲਕੁਲ ਡੈਡੀਕੇਸ਼ਨ ਫੀਲ ਹੁੰਦੀ ਹੈ, ਨਾ ਤੁਹਾਨੂੰ ਉਹ 'ਚ ਫੁਲਫਿਲਮੈਂਟ ਫੀਲ ਹੁੰਦੀ ਹੈ, ਰਾਈਟ। ਆਈ ਫੀਲ ਲਾਈਕ ਆਹੀ ਹੈ ਜ਼ਿੰਦਗੀ, ਛੋਟੇ ਛੋਟੇ ਪਲ
months become years, years become decades. I think everybody should follow their dreams. ਤੇ ਆਪਾਂ ਦੋਨੇ ਜਣੇ ਕਿੰਨਾ ਵਧੀਆ ਐਗਜ਼ਾਮਪਲ ਆ ਕਿ ਇੱਕ ਪੈਸ਼ਨ ਨੂੰ ਫੋਲੋ ਕਰਨਾ, ਜਿਹੜਾ ਇੱਕ ਬੀਜ ਸਾਡੇ ਦਿਲ ਦੇ ਅੰਦਰ ਜਿਹੜਾ ਕਹਿੰਦਾ ਕਿ ਯੂ ਨੋ ਯੂ ਆਰ ਸਪੋਜ਼ਡ ਟੂ ਬੀ ਡੂਇੰਗ ਸਮਥਿੰਗ ਲਾਈਕ ਦਿਸ, ਇੱਦਾਂ ਦਾ ਕੁਛ ਤੂੰ ਕਰ ਤੇ ਤੈਨੂੰ ਬਹੁਤ ਫੁਲਫਿਲਮੈਂਟ ਮਿਲੇਗੀ। ਐਂਡ ਇੱਕ ਦਰਵਾਜ਼ਾ ਖੋਲ੍ਹਦੇ ਆ ਤਾਂ ਅੱਗੋਂ ਹੋਰ ਦਰਵਾਜ਼ੇ ਖੁੱਲ੍ਹਦੇ ਨੇ, ਬਟ ਆਈ ਥਿੰਕ ਸਾਡੀ ਰਿਸਪੋਂਸਿਬਿਲਿਟੀ ਹੈ ਨੌਕ ਕਰਨਾ, ਡੋਰਸ 'ਤੇ ਨੌਕ ਕਰਨਾ ਕਿ ਲੈਟ ਮੀ ਸੀ ਇੱਥੇ ਕੁਛ ਮੈਨੂੰ ਇੱਕ ਓਪਰਚੁਨਿਟੀ ਮਿਲ ਸਕਦੀ ਹੈ ਕਿ ਨਹੀਂ। ਕੰਟੀਨਿਊ ਟਰਾਈਂਗ ਟੂ ਫੋਲੋ ਯੋਰ ਪੈਸ਼ਨ। ਜੇ ਕਿਸੇ ਦਾ ਪੈਸ਼ਨ ਮਿਊਜ਼ਿਕ ਵਿੱਚ ਹੈ, ਮੈਂ ਤਾਂ ਸਿਰਫ ਮਿਊਜ਼ਿਕ ਦੀ ਗੱਲ ਕਰ ਸਕਦੀ ਹਾਂ, ਜੇ ਕਿਸੇ ਦਾ ਪੈਸ਼ਨ ਮਿਊਜ਼ਿਕ ਵਿੱਚ ਹੈ, ਮਿਊਜ਼ਿਕ ਪ੍ਰੋਡਕਸ਼ਨ, ਰਾਈਟਿੰਗ ਵਿੱਚ, ਸਿੰਗਿੰਗ ਵਿੱਚ, ਇਟਸ ਅ ਲੋਟ ਆਫ ਹਾਰਡ ਵਰਕ, ਬਟ ਇਹ ਹੋ ਸਕਦਾ ਹੈ। ਹਾਰਡ ਵਰਕ ਜੇ ਤੁਸੀਂ ਹੁਣ ਕਰੋਗੇ ਜੋ ਔਖਾ ਹੈ, ਤੁਹਾਡੀ ਲਾਈਫ ਸੌਖੀ ਹੋਏਗੀ। ਜੇ ਤੁਸੀਂ ਹੁਣ ਕਰੋਗੇ ਜੋ ਆਪੋਜ਼ਿਟ ਜੋ ਵੀ ਸੀਗਾ ਔਖਾ ਤੇ ਵੇ ਤੁਹਾਡੀ ਲਾਈਫ ਸੌਖੀ ਯਾਰੇ। ਸੋ ਜੇ ਤੁਸੀਂ ਹੁਣ ਕਰੋਗੇ ਜੋ ਸੌਖਾ, ਲਾਈਕ ਯੂ ਜਸਟ ਲਾਈਕ ਤੁਸੀਂ ਪੇ ਅਟੈਂਸ਼ਨ ਨਹੀਂ ਕਰ ਰਹੇ, ਤੁਸੀਂ ਕਿਹਾ ਚੱਲੀ ਜਾਂਦੀ ਲਾਈਫ ਚੱਲੀ ਜਾਂਦੀ ਹੈ, ਫਿਰ ਬਾਅਦ 'ਚ ਜਾ ਕੇ ਤੁਹਾਨੂੰ ਉਸ ਚੀਜ਼ you're going to have to pay for it. ਬਿਲਕੁਲ। Then you're going to be in some below average job doing what your below average boss is telling you to do, living a below average life. So why not ਅੱਜ ਹੀ ਡਿਸਾਈਡ ਕਰ ਲਓ ਕਿ ਤੁਸੀਂ ਕੀ ਕਰਨਾ ਹੈ। ਬਿਲਕੁਲ। ਤੇ why not take one step towards that ਕਿ ਜਦੋਂ ਮੈਂ ਮੁੜ ਕੇ ਵੇਖਾਂਗਾ ਇਸ ਮੂਮੈਂਟ 'ਤੇ I will thank myself ਕਿ ਵਧੀਆ ਕੀਤਾ ਤੂੰ, ਵਧੀਆ ਕੀਤਾ ਕਿ you left that very boring, very dull life behind and you did this very vibrant, very lively, very fulfilling lifestyle. ਬਿਲਕੁਲ। I think ਉਹ ਚੀਜ਼ also ਇੱਕ ਹੋਰ ਚੀਜ਼ ਮੇਰੇ ਮਾਈਂਡ 'ਚ ਰਹਿੰਦੀ ਹੈ ਹਮੇਸ਼ਾ, ਕੁੜੀਆਂ ਓਵਰਆਲ। ਬੜੇ ਸਾਲ ਪਹਿਲਾਂ ਮੈਂ ਇੱਕ ਗੱਲ ਸੁਣੀ ਸੀ, ਪੰਜਾਬੀ ਮੁਟਿਆਰਾਂ ਮੈਂ ਗਾਣਾ ਕਰਨ ਲੱਗੀ ਸੀ ਤੇ ਮੈਂ ਕਿਸੇ ਨਾਲ ਗੱਲ ਕਰ ਰਹੀ ਸੀ ਜਿਹੜੇ ਬਹੁਤ ਰਿਸਪੈਕਟਡ ਨੇ ਤੇ ਲਵਡ ਨੇ ਇੰਡਸਟਰੀ ਵਿੱਚ, ਤੇ ਮੈਂ ਕਿਹਾ ਕਿ ਆਈ ਵਾਂਟ ਐਵਰੀ ਪੰਜਾਬੀ ਫੀਮੇਲ ਸਿੰਗਰ ਇਨ ਮਾਈ ਸੌਂਗ। ਪੰਜਾਬੀ ਮੁਟਿਆਰਾਂ ਗਾਣੇ ਦਾ ਨਾਮ ਹੈ। ਤੇ ਮੈਂ ਇੱਥੇ ਤੱਕ ਕਿਹਾ ਸੀ ਮੈਂ ਕਿ ਇੱਕ ਵਰਸ ਮੈਂ ਗਾਵਾਂਗੀ, ਇੱਕ ਵਰਸ ਆ ਗਾਊਗੀ, ਇੱਕ ਵਰਸ ਆ ਗਾਊਗੀ। ਮੈਂ 4 ਕੁੜੀਆਂ ਸੀਗੀਆਂ ਮੇਰੇ ਕੋਲ ਤੇ ਬਾਕੀ ਸਾਰੇ ਆਪਾਂ ਇਕੱਠੇ ਗਿੱਧਾ ਭੰਗੜਾ ਪਾਵਾਂਗੇ, ਹੈ ਨਾ। ਤੇ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਇੱਦਾਂ ਹੋ ਹੀ ਨਹੀਂ ਸਕਦਾ। ਅੱਛਾ। ਮੈਂ ਮੰਨ ਲਈ ਗੱਲ, ਮੈਂ ਕਿਹਾ ਮੈਂ ਇਕੱਲੇ ਕਰ ਲੈਂਦੇ ਹਾਂ। ਬਟ ਕੀ ਇਹ ਸੱਚ ਹੈ? ਕੀ ਇਹ ਸੱਚ ਹੈ ਕਿ ਇੱਕ ਫੀਮੇਲ ਆਰਟਿਸਟ ਦੂਸਰੀ ਫੀਮੇਲ ਆਰਟਿਸਟ ਦੀ ਖੁਸ਼ੀ ਤੇ ਸਕਸੈਸ ਦੇਖ ਕੇ ਖੁਸ਼ ਨਹੀਂ ਹੋ ਸਕਦੀ? ਕੀ ਇਹ ਸੱਚ ਹੈ? ਕੀ ਇਹ ਸੱਚ ਹੈ ਕਿ 4 ਕੁੜੀਆਂ ਇਕੱਠੀਆਂ ਹੋ ਕੇ ਕੁਛ 4 ਗੁਣਾ ਵੱਡਾ ਨਹੀਂ ਕਰ ਸਕਦੀਆਂ? ਸੋਸ਼ਲ ਮੀਡੀਆ ਵਾਸਤੇ ਨਹੀਂ ਕਿ ਆ ਜਾ ਫੋਟੋ ਖਿੱਚੀਏ ਐਂਡ ਦੈਨ ਫਿਰ ਆਪਾਂ ਪਾਵਾਂਗੇ, ਫਿਰ ਲੋਕਾਂ ਨੂੰ ਲੱਗੇਗਾ ਕਿ ਮੈਂ ਕਿੰਨੀ ਕੂਲ ਹਾਂ। ਲੈਟਸ ਬੀ ਅ ਪਾਰਟ ਆਫ ਮਾਈ ਬਰਥਡੇ ਸੈਲੀਬ੍ਰੇਸ਼ਨ। ਹਾਂ, ਕੁਛ ਇੱਦਾਂ ਦਾ ਕਿ ਦੇਖ ਮੈਂ ਕਿੰਨੀ ਕੂਲ ਹਾਂ, ਬਟ ਉਸ ਤੋਂ ਬਾਅਦ ਮੈਂ ਤੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਨੀ। ਬਟ ਮੈਂ ਇੰਨੇ ਕੁ 'ਚ 15 ਸੈਕਿੰਡਸ ਦੀ ਜਿਹੜੀ ਮੇਰੀ ਜੈਸਚਰ ਹੈ, ਇਹਦੇ ਵਿੱਚ ਮੈਂ ਬਹੁਤ ਵਧੀਆ ਲੱਗ ਰਹੀ ਹਾਂ ਤੇ ਮੈਂ ਲੱਗ ਰਹੀ ਹਾਂ ਕਿ ਮੈਂ ਬਹੁਤ ਸਪੋਰਟਿਵ ਹਾਂ। ਮੇਰਾ ਆਈ ਪ੍ਰੇ ਕਿ ਮੇਰਾ ਸੁਪਨਾ ਅਧੂਰਾ ਨਾ ਰਹਿ ਜੇ। ਆਈ ਪ੍ਰੇ ਕਿ ਮੈਂ ਤੇ ਗਾਣਾ ਲੱਭ ਹੀ ਲਵਾਂਗੀ ਇੱਦਾਂ ਦਾ ਪੰਜਾਬੀ ਮੁਟਿਆਰਾਂ ਵਰਗਾ। ਮੈਂ ਹੋਰ ਗਾਣਾ ਜਾਂ ਲਿਖ ਲਾਂਗੀ ਜਾਂ ਮੈਂ ਲੱਭ ਲਵਾਂਗੀ। ਮੇਰਾ ਸੁਪਨਾ ਪੂਰਾ ਹੋਣਾ ਚਾਹੀਦਾ ਕਿ ਜ਼ਰੂਰੀ ਨਹੀਂ ਸਿੰਗਰਸ ਸਿਰਫ, ਐਕਟਰੈਸਿਸ ਨੇ, ਮਾਡਲਸ ਨੇ, ਬਿਲਕੁਲ ਹੋਰ ਵੀ ਪਰਸਨੈਲਿਟੀਜ਼ ਨੇ ਜਿਹੜੀਆਂ ਮਿਊਜ਼ਿਕ ਇੰਡਸਟਰੀ ਵਿੱਚ ਵੀ ਹੈ ਵੀ ਨਹੀਂ। ਜੇ ਕੁੜੀਆਂ ਇਕੱਠੀਆਂ ਹੋ ਗਈਆਂ ਨਾ, ਇਹ ਦੁਨੀਆ 'ਚ ਫੁੱਲ ਖਿੜ ਜਾਣਗੇ ਸਾਰੇ ਪਾਸੇ। ਕਿਤੇ ਨਾ ਕਿਤੇ ਇਹ ਬਹੁਤ ਸਦੀਆਂ ਦਾ ਇੱਕ ਰੂਲ ਵੀ ਹੈ ਜਿਹੜਾ ਕਿ ਕੁੜੀਆਂ ਨੂੰ ਅਲੱਗ ਰੱਖਦਾ ਹੈ। ਇਹ ਸੁਸਾਇਟੀ ਦਾ ਇੱਕ ਰੂਲ ਹੈ। ਬਿਕਾਜ਼ ਮੈਂ ਬਿਲੀਵ ਕਰਦੀ ਹਾਂ ਜੋ ਇੱਕ ਔਰਤ ਵਿੱਚ ਪਾਵਰ ਹੈ ਨਾ, ਘਰ ਬਣਾਉਣ ਦੀ, ਕਿਸੇ ਵੀ ਚੀਜ਼ ਨੂੰ 0 ਤੋਂ 100 ਤੱਕ ਲਿਜਾਣ ਦੀ, ਜੋੜਨ ਦੀ, ਗਰੋ ਕਰਨ ਦੀ, ਜੋ ਇੱਕ ਔਰਤ ਵਿੱਚ ਮਰਦਾਂ ਵਿੱਚ ਹੋਰ ਪਾਵਰਸ ਨੇ। men have different qualities and capabilities। ਧਿਆਨ ਰੱਖਣਾ, ਪ੍ਰੋਟੈਕਟ ਕਰਨਾ,
ਜੇ ਆਪਾਂ ਸਿਕਿਉਰਿਟੀ ਦੇਣਾ, ਫਾਈਨੈਂਸ਼ੀਅਲ ਸਿਕਿਉਰਿਟੀ, ਜੇ ਆਪਾਂ ਸਦੀਆਂ ਦੀਆਂ ਗੱਲਾਂ ਕਰੀਏ, ਮਤਲਬ 200 ਸਾਲ ਪਹਿਲਾਂ ਦੀ ਗੱਲਾਂ ਕਰੀਏ, women nurture, guide, unite। ਤੇ ਹੁਣ ਮੈਂ ਦੇਖਦੀ ਹਾਂ ਕਿ ਇੰਡਸਟਰੀ ਵਿੱਚ, ਵਿਚ ਇਜ਼ ਵਾਈ ਮੈਂ ਇੰਡਸਟਰੀ ਦਾ ਕੋਈ ਹਿੱਸਾ ਨਹੀਂ ਹੈਗੀ, ਬਿਕਾਜ਼ ਮੈਂ ਦੂਰੋਂ ਦੇਖ ਸਕਦੀ ਹਾਂ ਇਸ ਚੀਜ਼ ਨੂੰ, ਮੈਂ ਇੱਥੋਂ ਦੇਖਦੀ ਹਾਂ ਇੰਡਸਟਰੀ ਨੂੰ, ਕਿ ਜੇ ਆਪਾਂ ਇਕੱਠੇ ਹੋ ਜਾਈਏ, ਕੰਪੀਟੀਸ਼ਨ 'ਚ ਨਹੀਂ ਕਿ ਮੈਨੂੰ ਜ਼ਿਆਦਾ ਮਿਲਿਆ ਇਸ ਚੋਂ ਕਿ ਤੈਨੂੰ ਜ਼ਿਆਦਾ ਮਿਲਿਆ ਇਸ ਚੋਂ, ਜੇ ਆਪਾਂ ਇਕੱਠੇ ਹੋ ਜਾਈਏ, ਮੈਂ ਪਿੱਛੇ ਖੜਨ ਨੂੰ ਵੀ ਤਿਆਰ ਹਾਂ, ਸਹੁੰ ਵਾਲੀ ਗੱਲ, ਮੈਂ ਪਿੱਛੇ ਖੜਨ ਨੂੰ ਤਿਆਰ ਹਾਂ। ਜੇ ਕੁੜੀਆਂ ਇਕੱਠੀਆਂ ਹੋ ਜਾਣ ਨਾ ਤਾਂ ਸ਼ਾਇਦ ਮੈਨੂੰ ਹੀ ਕਰਨਾ ਪਵੇ, ਸ਼ਾਇਦ ਮੈਂ ਹੀ ਕਰਾਂਗੀ, ਉਦੋਂ ਕਰਾਂਗੀ ਜਦੋਂ ਮੇਰੇ ਕੋਲ ਇੱਕ ਬਹੁਤ ਸੋਹਣਾ ਮੂਮੈਂਟ ਹੋਏਗਾ। ਬਿਲਕੁਲ ਇੱਦਾਂ ਹੀ ਨਹੀਂ, ਯੂ ਨੋ, ਮਿਊਜ਼ਿਕ ਵਾਸਤੇ ਜੇ ਆਪਾਂ ਕੁਛ ਕਰੀਏ, ਮਤਲਬ ਇਮੈਜਿਨ ਕਰੋ, ਓ ਮਾਈ ਗॉड, ਇਮੈਜਿਨ ਦਿਸ ਡ੍ਰੀਮ। ਸ਼ਾਇਦ ਕਿਸੇ ਨੇ ਜਦੋਂ ਮੇਰੀ ਇੰਟਰਵਿਊ ਆਏਗੀ, ਸ਼ਾਇਦ ਕਿਸੇ ਨੇ ਆਈਡੀਆ ਮੇਰਾ ਲੈ ਕੇ ਕਰ ਵੀ ਦੇਣਾ, ਐਂਡ ਆਈ ਡੋਂਟ ਮਾਈਂਡ, ਮੇਰੇ ਕੋਲ ਬਹੁਤ ਆਈਡੀਆਜ਼ ਨੇ। ਕੁੜੀਆਂ ਦਾ ਸ਼ੋਅ ਹੋਵੇ ਸਿਰਫ, ਉੱਥੇ ਮੈਂ ਤੇ ਮੇਰੇ ਨਾਲ ਦੀਆਂ 3-4 ਕੁੜੀਆਂ, ਖਾੜਾ ਲੱਗੇ ਜਾਂ ਬਹੁਤ ਵੱਡਾ ਮੇਲਾ ਲੱਗੇ ਜਾਂ ਫਿਰ ਕੋਈ ਫੈਸਟੀਵਲ ਹੋਵੇ, ਕੁੜੀਆਂ ਹੀ ਕੁੜੀਆਂ ਉੱਥੇ, ਕੋਈ ਮੇਲ ਆਰਟਿਸਟ ਹੈ ਹੀ ਨਹੀਂ, ਉਹ ਵੀ ਸ਼ੋਅ ਹੋਣੇ ਚਾਹੀਦੇ ਨੇ ਕੁੜੀਆਂ ਮੁੰਡਿਆਂ ਦੇ ਇਕੱਠੇ, ਦੈਟਸ ਫਾਈਨ। ਇਕੱਲੀਆਂ ਕੁੜੀਆਂ ਦਾ ਸ਼ੋਅ, ਸ਼ੁਦਾਈ ਹੋ ਜੂਗੀ ਦੁਨੀਆ ਜੇ ਕੁੜੀਆਂ ਇਕੱਠੀਆਂ ਹੋ ਗਈਆਂ ਤਾਂ। ਬਟ ਕੌਣ ਨਹੀਂ ਹੋਣ ਦੇ ਰਿਹਾ? ਇੰਡਸਟਰੀ। ਇੰਡਸਟਰੀ ਜਿੱਦਾਂ ਸੁਸਾਇਟੀ ਹੈ ਨਾ, ਜਦੋਂ ਮੌਕਾ ਆਵੇ ਦਿਖਦੀ ਵੀ ਨਹੀਂ, ਬਟ ਸੁਸਾਇਟੀ ਨੂੰ ਬਲੇਮ ਬੜਾ ਕੀਤਾ ਜਾਂਦਾ, ਉੱਦਾਂ ਹੀ ਇੰਡਸਟਰੀ ਹੈ, ਜਦੋਂ ਮੌਕਾ ਆਇਆ ਤੇ ਦਿਸਣਾ ਵੀ ਨਹੀਂ ਇੰਡਸਟਰੀ ਨੇ, ਬਟ ਮੈਂ ਬਲੇਮ ਕਰ ਰਹੀ ਹਾਂ ਨਾ ਇੱਥੇ ਬੈਠ ਕੇ ਕਿ ਇੰਡਸਟਰੀ ਤੁਹਾਨੂੰ ਇੱਕ ਟਾਈਟ ਜਿਹੀ ਜਗ੍ਹਾ 'ਤੇ ਫਿੱਟ ਹੋਣ ਲਈ ਮਜਬੂਰ ਕਰਦੀ ਹੈ। ਇੰਡਸਟਰੀ ਦੇ ਰੂਲਸ ਇੰਨੇ ਨੇ ਕਿ ਤੁਹਾਨੂੰ ਇੱਕ ਜੇਲ੍ਹ ਵਾਂਗੂ ਫੀਲ ਹੁੰਦਾ ਹੈ ਕਿ ਮੈਂ ਇਸ ਟਾਈਮ 'ਤੇ ਇੱਦਾਂ ਦਾ ਗਾਣਾ ਕਰਨਾ, ਮੈਨੂੰ ਇੱਦਾਂ ਦਿਖਣਾ ਚਾਹੀਦਾ, ਮੈਨੂੰ ਹਮੇਸ਼ਾ ਇੱਦਾਂ ਕਰਕੇ ਜਾਂ ਉੱਦਾਂ ਕਰਕੇ ਗੱਲ ਕਰਨੀ ਚਾਹੀਦੀ ਹੈ। ਆਹ ਇੰਡਸਟਰੀ ਦੇ ਰੂਲਸ ਨੇ, ਅਤੇ ਕੌਣ ਬਣਾ ਰਿਹਾ ਇੰਡਸਟਰੀ ਦੇ ਰੂਲਸ? ਜਦੋਂ ਗੱਲ ਕਰੋ ਕੋਈ ਦਿਸਦਾ ਨਹੀਂ, ਗੱਲ ਕਰੋ ਕੋਈ ਹੱਥ ਨਹੀਂ ਖੜਾ ਕਰਦਾ। ਕੌਣ ਬਣਾ ਰਿਹਾ ਰੂਲਸ ਇੰਡਸਟਰੀ ਦੇ? ਸਾਰਿਆਂ ਨੂੰ ਮੈਂ ਜਾਣਦੀ ਹਾਂ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਆਰਟਿਸਟਸ ਖੁੱਲ੍ਹ ਕੇ ਕਿਉਂ ਨਹੀਂ ਜੀ ਰਹੇ। ਡਰ ਕਾਹਦਾ ਹੈ? ਇੱਕ ਵਾਰ ਖੜ ਹੀ ਜਾਓ ਤੁਸੀਂ ਆਪਣੇ ਵਾਸਤੇ, ਖੜ ਕੇ ਕਹਿ ਦਿਓ ਮੈਂ ਹੈਗਾ ਇੱਦਾਂ ਦਾ, ਅਤੇ ਹੁਣ ਦੱਸੋ ਕਿੱਦਾਂ ਕਰਨਾ, ਜਾਂ ਮੈਂ ਹੈਗੀ ਇੱਦਾਂ ਦੀ, ਹੁਣ ਦੱਸੋ ਕਿੱਦਾਂ ਕਰਨਾ। ਯਾਰ ਕਿੰਨਾ ਚਿਰ ਸਾਊ ਕੁੜੀ ਬਣ ਕੇ ਰਵਾਂ ਮੈਂ? ਕਿੰਨਾ ਚਿਰ ਮੈਂ ਇੱਦਾਂ ਬਿਹੇਵ ਕਰਾਂ ਕਿ ਠੀਕ ਹੈ ਜੀ, ਮਤਲਬ ਮੈਂ ਨਹੀਂ, ਆਪਾਂ ਸਾਰੀਆਂ, ਬਿਲਕੁਲ ਆਪਾਂ ਸਾਰੀਆਂ ਕਿੰਨਾ ਚਿਰ ਸਾਊ ਕੁੜੀ ਬਣ ਕੇ ਰਹੀਏ? ਨਾਲੇ ਸਾਊ ਕੁੜੀ ਕੀ ਹੁੰਦੀ ਹੈ ਯਾਰ? ਇੱਕ 1980s 'ਚ ਮੇਰੀ ਬੀਬੀ ਨੂੰ ਵੀ ਕੋਈ ਸਾਊ ਨਹੀਂ ਕਹਿੰਦਾ, ਮੇਰੀ ਬੀਬੀ ਨੂੰ ਵੀ ਕੋਈ ਸਾਊ ਨਹੀਂ ਕਹਿੰਦਾ ਹੈਗਾ, ਉਹ ਵੀ ਸ਼ੈਤਾਨ ਸੀ, ਠੀਕ ਹੈ ਨਾ, ਉਹ ਵੀ ਯੂ ਨੋ ਸ਼ੈਤਾਨ ਹੀ ਕਵਾਂਗੇ ਜਿਹਨੇ ਆਪਣੀ ਮਰਜ਼ੀ ਕੀਤੀ ਹੈ, ਘਰ ਆਪਣੀ ਮਰਜ਼ੀ ਨਾਲ ਚਲਾਇਆ। ਹੁਣ ਦਾਦਾ ਜੀ ਦੀ ਆਪਣੀ ਜਗ੍ਹਾ ਹੁੰਦੀ ਸੀ, ਦਾਦੀ ਜੀ ਦੀ ਆਪਣੀ ਜਗ੍ਹਾ ਹੁੰਦੀ ਸੀ। ਸਾਡੀ ਫੈਮਿਲੀ 'ਚ ਤਾਂ ਕਿਸੇ ਔਰਤ ਨੂੰ ਕੋਈ ਕੁਛ ਕਹਿ ਕੇ ਦਿਖਾ ਦੇ, ਸਾਡੀਆਂ ਫੈਮਿਲੀ 'ਚ ਨਹੀਂ ਚੱਲਦਾ ਉਹ ਜੋ ਮੈਂ ਕਹਿ ਰਹੀ ਹਾਂ ਕਿ ਯੂ ਨੋ ਬਹੁਤ ਸਾਰੀ ਫੈਮਿਲੀਜ਼ 'ਚ ਬਹੁਤ ਅਬਿਊਜ਼ ਚੱਲਦੀ ਹੈ, ਸਾਡੀ ਫੈਮਿਲੀ 'ਚ ਨਹੀਂ ਚੱਲਦਾ ਇੱਦਾਂ, ਅਸੀਂ ਦੇਖਿਆ ਹੀ ਨਹੀਂ ਹੈ। ਸਾਡੇ ਵੀ ਇਸ਼ੂਜ਼ ਹੈ ਨੇ, ਬਟ ਇੱਦਾਂ ਨਹੀਂ ਹੈ ਕਿ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇੱਦਾਂ ਬਿਹੇਵ ਕਰਨਾ ਹੈ। ਸਾਡੀ ਫੈਮਿਲੀ ਵਿੱਚ ਸਗੋਂ ਯਾਰ ਮੁੰਡੇ ਘੱਟ ਬੋਲਦੇ ਨੇ, ਮੇਰੇ ਸਾਰੇ ਭਰਾ, ਉਹਨਾਂ ਨੂੰ ਆਪਾਂ ਸਾਊ ਕਹਿ ਸਕਦੇ ਹਾਂ। ਮੇਰੇ ਸਾਰੇ ਭਰਾ ਜਦੋਂ ਗੱਲ ਕਰੋ ਉਹਨਾਂ ਨੇ ਬੋਲਣਾ, ਜ਼ਿਆਦਾ ਗੱਲ ਨਹੀਂ ਕਰਨੀ। ਕੁੜੀਆਂ ਪਟਰ 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 ਪਟਰ, ਮੈਂ ਇਹ ਕਹਿਣਾ, ਮੈਂ ਇਹ ਕਰਨਾ, ਮੈਂ ਇੱਦਾਂ ਦੀਆਂ, ਮੈਂ ਇੱਦਾਂ ਦੀਆਂ। ਕੁੜੀਆਂ ਸਾਰੀਆਂ ਇੱਦਾਂ ਦੀਆਂ ਨੇ ਸਾਡੀ ਫੈਮਿਲੀ 'ਚ, ਮੇਰੀ ਸਭ ਤੋਂ ਵੱਡੀ ਦੀਦੀ ਤੋਂ ਲੈ ਕੇ ਸਭ ਤੋਂ ਛੋਟੀ ਭੈਣ ਤੱਕ। ਪਰਵਰਿਸ਼, ਜਿਹੜੇ ਭਰਾ ਨੇ ਮੇਰੇ, ਉਹਨਾਂ ਨੂੰ ਪੂਰੀ ਰਿਸਪੈਕਟ ਆ, ਅਤੇ ਉਹਨਾਂ ਦੇ ਸਟੈਂਡਰਡਸ ਕਿੰਨੇ ਹਾਈ ਨੇ ਕਿ ਜਦੋਂ ਉਹਨਾਂ ਦੇ ਵਿਆਹ ਹੋਣਗੇ ਉਹਨਾਂ ਨੂੰ ਪਤਾ ਉਹਨਾਂ ਦੀ ਮਾਵਾਂ ਕਿਹੋ ਜਿਹੀਆਂ ਨੇ, ਉਹਨਾਂ ਦੀ ਭੈਣਾਂ ਕਿਹੋ ਜਿਹੀਆਂ ਨੇ, ਕਜ਼ਨਸ ਕਿਹੋ ਜਿਹੀਆਂ ਨੇ, ਉਹਨਾਂ ਦੇ ਸਟੈਂਡਰਡਸ ਕਿੰਨੇ ਹਾਈ ਹੋਣਗੇ। ਅਤੇ ਕੁੜੀਆਂ ਤਾਂ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਨਾ ਤਾਂ ਕਿਸੇ ਤੀਸਰੀ ਗੱਲ ਜਰਨ, ਨਾ ਕਿਸੇ ਨੂੰ ਗਲਤ ਨਹੀਂ ਬੋਲਣਾ ਕਿਸੇ ਨੂੰ, ਪਰ ਗਲਤ ਸੁਣਨਾ ਵੀ ਨਹੀਂ ਕਿਸੇ ਦਾ। ਹੁਣ ਇੱਦਾਂ ਦੀਆਂ ਕੁੜੀਆਂ ਨੂੰ ਤੁਸੀਂ ਰੇਜ਼ਡ ਹੋਏ ਹੋ, ਤੁਹਾਡੇ 'ਚ ਜੁਰਤ ਨਹੀਂ ਹੋਏਗੀ ਤੁਸੀਂ ਕਦੇ ਉੱਚੀ ਆਵਾਜ਼ 'ਚ ਗੱਲ ਵੀ ਕਰੋ ਆਪਣੀ ਘਰ ਵਾਲੀ ਨਾਲ, ਜਾਂ ਕਿਸੇ 'ਤੇ ਹੱਥ ਚੁੱਕੋ।
ਬਿਲਕੁਲ। ਜੁਰਤ ਕਿੱਦਾਂ ਮਿਲਦੀ ਹੈ, ਤੁਸੀਂ ਬਚਪਨ ਤੋਂ ਉਹੀ ਚੀਜ਼ ਦੇਖੀ ਹੁੰਦੀ ਹੈ। ਬਿਲਕੁਲ। ਸੋ ਕੁੱਲ ਮਿਲਾ ਕੇ ਆਈ ਫੀਲ ਲਾਈਕ ਕੁੜੀਆਂ ਨੂੰ ਕੌਣ ਹੱਲਾਸ਼ੇਰੀ ਦੇਵੇਗਾ, ਆਪਾਂ ਹੀ ਦੇਵਾਂਗੇ ਜਿਹੜੀਆਂ ਇਸ ਟਾਈਮ 13 ਸਾਲ ਦੀਆਂ ਨੇ। ਐਨੀਬਡੀ, ਜਿਹੜੇ ਛੋਟੇ ਬੱਚੇ ਨੇ, ਕੁੜੀਆਂ ਮੁੰਡੇ ਦੋਨੋਂ 13-14 ਸਾਲ ਦੇ ਜਿਹੜੇ ਨੇ, ਦੇ ਡੀਲਿੰਗ ਵਿਦ ਅ ਮੈਂਟਲ ਇਲਨੈਸ। ਉਹਨਾਂ ਨੂੰ ਸੈਡ ਫੀਲ ਹੋ ਰਿਹਾ, ਡਿਪਰੈਸਡ ਫੀਲ ਹੋ ਰਿਹਾ, ਉਹਨਾਂ ਨੂੰ ਫੀਲ ਹੋ ਰਿਹਾ ਕਿ ਲੋਨਲੀ ਫੀਲ ਹੋ ਰਿਹਾ, ਖਾਲੀ ਫੀਲ ਹੋ ਰਿਹਾ ਅੰਦਰੋਂ। ਇਹ ਸਾਰੇ ਸਿੰਪਟਮਸ ਹੁੰਦੇ ਨੇ। ਆਈ ਫੀਲ ਲਾਈਕ ਜੇ ਗੱਲ ਦਾ ਨਿਚੋੜ ਕੱਢਾਂ ਮੈਂ, ਆਈ ਥਿੰਕ ਸਾਰੀ ਗੱਲ ਪੇਰੈਂਟਿੰਗ ਅਤੇ ਹਾਊਸ ਹੋਲਡ ਇਨਵਾਇਰਮੈਂਟ 'ਤੇ ਜਾਂਦੀ ਹੈ। ਬਿਲਕੁਲ ਸਹੀ ਗੱਲ। ਤੁਹਾਨੂੰ ਕੀ ਲੱਗਦਾ ਮੈਂਟਲ ਜਿਹੜੀ ਅਵੇਅਰਨੈਸ ਹੈ, ਮੈਂਟਲ ਹੈਲਥ ਦੀ ਅਵੇਅਰਨੈਸ ਹੈ, ਮੈਂਟਲ ਇਲਨੈਸਿਸ ਬਾਰੇ ਡਿਸਕਸ਼ਨ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਆਪਾਂ ਕਿੱਦਾਂ ਇਸ ਚੀਜ਼ ਨੂੰ ਕਿੱਦਾਂ ਕਾਮਨ ਕਰੀਏ? ਜ਼ਿਆਦਾ ਤੋਂ ਜ਼ਿਆਦਾ ਗੱਲ ਕਰਕੇ ਹਰ ਇੱਕ ਚੀਜ਼ ਨੋਰਮਲਾਈਜ਼ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਉਸ ਚੀਜ਼ ਬਾਰੇ ਜ਼ਿਆਦਾ ਗੱਲ ਹੋਵੇ। ਜਿਵੇਂ ਨੋ ਕਹਿਣਾ ਨੋਰਮਲ ਹੋਣਾ ਚਾਹੀਦਾ। ਮੈਨੂੰ ਨਹੀਂ ਚੰਗਾ ਲੱਗ ਰਿਹਾ ਤਾਂ ਮੈਨੂੰ ਕਹਿ ਸਕਦੀ ਹਾਂ ਉੱਥੇ। ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਚੰਗਾ ਲੱਗੇ ਚਾਹੇ ਨਾ ਲੱਗੇ, ਪਰ ਸਾਹਮਣੇ ਵਾਲੇ ਨੂੰ ਬੁਰਾ ਨਹੀਂ ਲੱਗਣਾ ਚਾਹੀਦਾ, ਇਸ ਕਰਕੇ ਤੁਸੀਂ ਯੈਸ ਕਹੀ ਜਾਓ, ਹੈ ਨਾ, ਹਾਂ ਦੇ ਵਿੱਚ ਸਿਰ ਹਿਲਾਈ ਚੱਲੋ। ਸੋ ਮੈਨੂੰ ਲੱਗਦਾ ਕਿ ਮੈਂਟਲ ਹੈਲਥ ਜਾਂ ਮੈਂਟਲ ਇਲਨੈਸ, ਹੈ ਨਾ, ਜਿਹੜੀਆਂ ਸਾਰੀਆਂ ਚੀਜ਼ਾਂ ਨੇਗੀਆਂ, ਇਹ ਉਦੋਂ ਹੀ ਸਾਨੂੰ ਨੋਰਮਲ ਲੱਗਣੀਆਂ ਸ਼ੁਰੂ ਹੋਣਗੀਆਂ ਜਦੋਂ ਅਸੀਂ ਇਹਨਾਂ 'ਤੇ ਗੱਲ ਕਰਾਂਗੇ ਖੁੱਲ੍ਹ ਕੇ। ਜਦੋਂ ਮਤਲਬ ਸਾਨੂੰ ਹੌਲੀ, ਮਤਲਬ ਗੱਲ ਕਰਦੇ ਹੋਏ ਆਪਣੀ ਆਵਾਜ਼ ਹੌਲੀ ਨਹੀਂ ਕਰਨੀ ਪਊਗੀ। ਜਦੋਂ ਸਾਨੂੰ ਕਿਸੇ ਨੂੰ ਇਹ ਨਹੀਂ ਕਹਿਣਾ ਪਊਗਾ ਕਿ ਅੱਛਾ ਕਿਸੇ ਨੂੰ ਦੱਸੀ ਨਾ, ਮੈਂ ਤੇਰੇ ਨਾਲ ਪਰ ਕੁਛ ਸ਼ੇਅਰ ਕਰਨਾ ਚਾਹੁੰਦੀ ਹਾਂ, ਜਾਂ ਮੈਂ ਕਿਸੇ ਨੂੰ ਦੱਸਦਿਆਂ ਹੋਇਆ, ਜਿਵੇਂ ਤੁਸੀਂ ਕਿਹਾ ਕਿ ਅਸੀਂ ਡਾਕਟਰ ਨੂੰ ਕਹਿੰਦੇ ਮੈਨੂੰ ਦਵਾਈ ਦੇ ਦੇ ਪਰ ਕਿਸੇ ਨੂੰ ਦੱਸੀ ਨਾ। ਜਦੋਂ ਸਾਡੇ ਅੰਦਰੋਂ ਇਹ ਚੀਜ਼ਾਂ ਨਿਕਲ ਗਈਆਂ, ਮੰਨ ਲਓ ਮੈਂ ਤੁਸੀਂ ਮੈਨੂੰ ਆ ਕੇ ਕਹਿ ਰਹੇ ਹੋ ਕਿ ਮੈਂ ਡਿਪਰੈਸ ਫੀਲ ਕਰ ਰਹੀ ਹਾਂ, ਮੈਂ ਉਹਦੇ 'ਤੇ ਜੱਜਮੈਂਟ ਪਾਸ ਨਾ ਕਰਾਂ। ਮੈਂ ਕਹਿਣਾ ਕੋਈ ਗੱਲ ਨਹੀਂ, ਨੋਰਮਲ ਆ, ਫੀਲ ਹੋ ਸਕਦਾ, ਲੋ ਫੀਲ ਕਰ ਸਕਦੇ ਹੋ ਤੁਸੀਂ, ਹੈ ਨਾ। ਸੋ ਮੈਨੂੰ ਲੱਗਦਾ ਕਿ ਜਦੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਐਂਡ ਐਕਸੈਪਟ ਕਰ ਲਾਂਗੇ ਕਿ ਇਹ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪਾਗਲ ਹੋ ਗਏ, ਹੈ ਨਾ, ਇਹ ਚੀਜ਼ਾਂ ਮਤਲਬ ਤੁਸੀਂ ਮੈਂਟਲ ਇਲਨੈਸ ਤੋਂ ਕਿਉਰ ਹੋ ਸਕਦੇ ਹੋ, ਪਰ ਉਹਦੇ ਲਈ ਗੱਲ ਕਰਨੀ ਜ਼ਰੂਰੀ ਹੈ ਸਭ ਤੋਂ ਪਹਿਲਾਂ। ਮੈਨੂੰ ਤਾਂ ਇਹੀ ਲੱਗਦਾ ਕਿ ਹਾਲੇ ਤੱਕ ਅਸੀਂ ਗੱਲ ਵੀ ਨਹੀਂ ਕਰ ਪਾਉਂਦੇ ਉਸ ਚੀਜ਼ 'ਤੇ। ਸੋ ਇਹ ਵੀ ਪਹਿਲਾਂ ਨੋਰਮਲ ਕਰਨ ਦੀ ਲੋੜ ਹੈ ਕਿ ਗੱਲ ਕਰੋ ਉਸ ਚੀਜ਼ ਬਾਰੇ। ਮੈਂ ਫੀਲ ਨਹੀਂ, ਮੈਂ ਸਹੀ ਨਹੀਂ ਫੀਲ ਕਰ ਰਹੀ, ਮੈਂ ਠੀਕ ਨਹੀਂ ਫੀਲ ਕਰ ਰਹੀ, ਮੈਨੂੰ ਇਹ ਕਹਿਣ ਦੇ ਵਿੱਚ ਹੈਜ਼ੀਟੇਸ਼ਨ, ਝਿਜਕ ਨਹੀਂ ਮਹਿਸੂਸ ਹੋਣੀ ਚਾਹੀਦੀ ਇਹ ਕਹਿੰਦਿਆਂ ਹੋਇਆ। ਮੈਨੂੰ ਲੱਗਦਾ ਕਿ ਇੱਥੋਂ ਸ਼ੁਰੂਆਤ ਹੋ ਸਕਦੀ ਆ। ਜਦੋਂ ਮੈਂ ਸੈਡ ਫੀਲ ਕਰਦੀ ਹਾਂ ਨਾ, ਤੁਸੀਂ ਵੀ ਮੈਨੂੰ ਦੱਸਿਓ ਕਿ ਤੁਸੀਂ ਕਿੱਦਾਂ ਇਸ ਚੀਜ਼ ਤੋਂ ਨਿਕਲਦੇ ਹੋ, ਕਿਉਂਕਿ ਨਿਕਲਣਾ ਆਪ ਹੀ ਹੁੰਦਾ ਹੈ ਨਾ। ਜਦੋਂ ਮੈਂ ਸੈਡ ਫੀਲ ਕਰਦੀ ਹਾਂ, ਮੈਂ ਲਿਖਦੀ ਹਾਂ। ਮੈਂ ਹਮੇਸ਼ਾ ਲਿਖਦੀ ਹਾਂ ਕਿ ਮੈਨੂੰ ਇੱਦਾਂ ਫੀਲ ਹੋ ਰਿਹਾ। ਇਹ ਕਿੱਥੋਂ ਫੀਲਿੰਗ ਆਈ ਹੈ, ਮੈਂ ਉਹ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕਰਦੀ ਕਿ ਰੂਟ ਕੀ ਹੈ ਇਸ ਚੀਜ਼ ਦਾ। ਮੈਂ ਕਿਉਂ ਡਰ ਰਹੀ ਹਾਂ ਇਸ ਟਾਈਮ, ਮੈਨੂੰ ਕਿਉਂ ਡਾਊਟ ਫੀਲ ਹੋ ਰਿਹਾ, ਮੈਂ ਕਿਉਂ ਸੈਡ ਫੀਲ ਕਰ ਰਹੀ ਹਾਂ, ਮੈਂ ਲੋਨਲੀ ਕਿਉਂ ਫੀਲ ਕਰ ਰਹੀ ਹਾਂ, ਮੇਰੇ ਆਲੇ ਦੁਆਲੇ ਤੇ ਸਾਰੇ ਨੇ। ਆਈ ਰਾਈਟ, ਮੈਂ ਮੈਡੀਟੇਟ ਕਰਦੀ ਹਾਂ। ਗਾਈਡਡ ਮੈਡੀਟੇਸ਼ਨਸ ਹੁੰਦੀਆਂ ਨੇ YouTube 'ਤੇ, ਤੁਸੀਂ ਪਾ ਸਕਦੇ ਹੋ ਗਾਈਡਡ ਮੈਡੀਟੇਸ਼ਨਸ ਫॉर calmness of the mind, guided meditation for stillness, guided meditation for abundance, prosperity, for listening to your intuition. Guided meditation, मैं क्योंकि इन्नी एडवांस नहीं हैगी इस चीज़ ਵਿੱਚ, मैं बहुत, ਮੈਨੂੰ 10 ਸਾਲ ਹੋ ਗਏ ਨੇ ਕਰਦਿਆਂ ਨੂੰ ਗਾਈਡਡ ਮੈਡੀਟੇਸ਼ਨਸ, ਬਟ ਮੈਂ ਉਹੀ ਕਰ ਸਕਦੀ ਹਾਂ ਕਿ ਮੈਨੂੰ ਕੋਈ ਗਾਈਡ ਕਰ ਰਿਹਾ, ਮੈਨੂੰ ਨਾਲ ਕੋਈ ਬੋਲ ਰਿਹਾ ਅਤੇ ਮੈਨੂੰ ਕੋਈ ਗਾਈਡ ਕਰ ਰਿਹਾ, ਬਿਕਾਜ਼ ਹਜੇ ਤੱਕ ਮੈਂ ਉਹ ਲੈਵਲ ਨਹੀਂ ਕ੍ਰੋਸ ਕੀਤਾ। ਆਈ ਥਿੰਕ ਗਾਈਡਡ ਮੈਡੀਟੇਸ਼ਨਸ ਬਹੁਤ ਵਧੀਆ ਨੇ। ਆਈ ਥਿੰਕ ਆਪਣੇ ਆਪ ਨੂੰ ਸਰਾਊਂਡ ਕਰਨਾ ਪੋਜ਼ੀਟਿਵ ਲੋਕਾਂ ਦੇ ਨਾਲ, ਉਹ ਬਹੁਤ ਜ਼ਰੂਰੀ ਹੈ। ਆਈ ਥਿੰਕ ਕੱਟ ਆਫ ਕਰਨੇ ਟੌਕਸਿਕ ਲੋਕ ਬਹੁਤ ਜ਼ਰੂਰੀ ਨੇ। ਆਪਣੀ ਲਾਈਫ ਨੂੰ ਪਿਓਰੀਫਾਈ ਕਰਨਾ ਸਾਡੀ ਆਪਣੀ ਰਿਸਪੌਂਸਿਬਿਲਿਟੀ ਹੈ। ਬਿਲਕੁਲ। ਬਹੁਤ ਲੰਮੀ ਗੱਲਬਾਤ ਹੋ ਗਈ, ਪਰ ਬਹੁਤ ਚੰਗਾ ਲੱਗਿਆ ਕਿ ਤੁਸੀਂ ਦਿਲ ਤੋਂ ਗੱਲਾਂ ਕੀਤੀਆਂ। ਮੈਂ ਕਿਉਂ ਹੱਸੀ ਵਾਲਾ, ਬਹੁਤ ਲੰਮੀ ਗੱਲ ਹੋ ਗਈ, ਬਹੁਤ ਲੰਮੀ ਗੱਲ। ਪਰ ਬਹੁਤ ਚੰਗਾ ਲੱਗਦਾ ਕਿ ਜਦੋਂ
ਤੁਸੀਂ ਇੱਕ ਐਕਸਪੈਕਟੇਸ਼ਨ ਦੇ ਨਾਲ ਜਾਂਦੇ ਹੋ ਕਿ ਜਿੰਨੀ ਤੁਸੀਂ ਤਿਆਰੀ ਕਰਕੇ ਜਾ ਰਹੇ ਹੋ ਨਾ, ਮੈਂ ਨਹੀਂ ਕਹਿੰਦੀ ਕਿ ਬਹੁਤ ਤਿਆਰੀ ਕੀਤੀ ਆ, ਪਰ ਕੁਝ ਚੀਜ਼ਾਂ ਨੇ ਜਿਹੜੀਆਂ ਤੁਸੀਂ ਚਾਹੁੰਦੇ ਹੁੰਦੇ ਹੋ ਕਿ ਉਹ ਇੰਟਰਵਿਊ ਦਾ ਪਾਰਟ ਬਣਨ, ਜਾਂ ਤੁਹਾਡਾ ਗੈਸਟ ਤੁਹਾਡੇ ਇੱਕ ਸਵਾਲ ਨੂੰ ਉਵੇਂ ਹੀ ਸਮਝੇ ਅਤੇ ਉਹਦਾ ਜਵਾਬ ਫਿਰ ਦੇਵੇ, ਹੈ ਨਾ। ਪਰ ਬਹੁਤ ਚੰਗਾ ਲੱਗਿਆ ਕਿ ਤੁਸੀਂ ਮੇਰੀਆਂ ਮਤਲਬ ਮੈਂ ਤੁਹਾਡਾ ਕੋਈ ਇਮਤਿਹਾਨ ਨਹੀਂ ਸੀਗਾ, ਪਰ ਜੋ ਮੈਂ ਸੋਚ ਕੇ ਆਈ ਸੀ ਐਜ਼ ਅ ਇੰਟਰਵਿਊਅਰ ਕਿ ਮੈਂ ਇਹ ਚੀਜ਼ਾਂ ਪੁੱਛਣੀਆਂ ਨੇ ਅਤੇ ਇੰਟਰਵਿਊ ਐਵੇਂ ਜਾਵੇ, ਮੈਂ ਸੋਚਦੀ ਹਾਂ ਕਿ ਇੰਟਰਵਿਊ ਦਾ ਮੂਡ ਐਵੇਂ ਦਾ ਹੋਣਾ ਚਾਹੀਦਾ। ਐਂਡ ਤੁਸੀਂ ਬਹੁਤ ਕੋਆਪਰੇਟ ਕੀਤਾ ਐਂਡ ਬਹੁਤ ਸੋਹਣਾ, ਸਾਡੇ ਲਈ ਬਹੁਤ ਸੋਹਣਾ ਇੱਕ ਐਕਸਪੀਰੀਅੰਸ ਕ੍ਰੀਏਟ ਕੀਤਾ। ਸੋ ਵੀ ਆਰ ਥੈਂਕਫੁਲ ਟੂ ਯੂ। ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪੰਜਾਬ ਆਏ ਹੋ ਅਤੇ ਤੁਹਾਡੇ ਹੁਣ ਜਿਹੜੇ ਗਾਣੇ ਆਉਣਗੇ ਮੂਡ ਸਰਕਾਰ ਦਾ ਤੋਂ ਬਾਅਦ, ਅਤੇ ਸਾਰੇ ਤੁਹਾਡੇ ਲਈ ਬਹੁਤ ਵਧੀਆ ਹੋਣ, ਫਾਈਨੈਂਸ਼ਲੀ ਵੀ ਮਤਲਬ ਬਹੁਤ ਵਧੀਆ ਬਿਜ਼ਨਸ ਕਰਨ ਉਹ ਗਾਣੇ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਨਵੀਆਂ ਤੁਹਾਡੇ ਐਕਸਪੈਰੀਮੈਂਟ ਦੇ ਵਿੱਚ ਜੁੜਦੀਆਂ ਰਹਿਣ। ਤੁਹਾਡੀ ਨਵੀਂ ਐਲਬਮ ਆ ਜਿਹੜੀ ਉਹ ਬਹੁਤ ਵਧੀਆ ਤਿਆਰ ਹੋਵੇ। ਥੈਂਕ ਯੂ ਸੋ ਮਚ। ਮੈਂ ਵੀ ਬੜੇ ਚਿਰਾਂ ਬਾਅਦ ਅੱਜ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬੜੇ ਚਿਰਾਂ ਬਾਅਦ ਮੈਂ ਕਿਹੜਾ ਕੁਛ ਪ੍ਰਮੋਟ ਕਰਨ ਲੱਗੀ ਹਾਂ। ਮੇਰਾ ਗੱਲਾਂ ਕਰਨ ਦਾ ਬੜਾ ਮਨ ਕਰ ਰਿਹਾ ਸੀ, ਬਟ ਚਾਹੀਦਾ ਹੁੰਦਾ ਹੈ ਕਿ ਜੋ ਤੁਸੀਂ ਗੱਲਾਂ ਕਰੋ, ਸਾਨੂੰ ਤਕਰੀਬਨ 2.5 ਘੰਟੇ ਹੋ ਗਏ ਨੇ ਗੱਲਾਂ ਕਰਦਿਆਂ ਨੂੰ, ਤਾਂ ਹੀ ਵਿੱਚ ਮੈਂ ਪੁੱਛ ਲਿਆ ਸੀ ਚਾਹ ਬਣਾ ਦਾਂ। ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਲੰਬੀ ਇੰਟਰਵਿਊ ਹੋਣੀ ਹੈ। ਯੈਸ ਇਟ ਵਾਜ਼, ਐਂਡ ਬਹੁਤ ਵਧੀਆ, ਬਹੁਤ ਵਧੀਆ ਸੀ, ਕਿਉਂਕਿ ਇੱਕ ਸੇਫ, ਇੱਕ ਕੰਫਰਟੇਬਲ ਜ਼ੋਨ ਤੁਸੀਂ ਜਦੋਂ ਕ੍ਰੀਏਟ ਕਰਦੇ ਹੋ ਕਿਸੇ ਆਰਟਿਸਟ ਵਾਸਤੇ, ਜਿਹਨੂੰ ਤੁਸੀਂ ਇੰਨਾ ਕੁਛ ਪੁੱਛ ਰਹੇ ਹੋ। ਸ਼ਾਇਦ ਤੁਸੀਂ ਪੁੱਛਿਆ ਘੱਟ ਹੈ, ਮੈਂ ਦੱਸਿਆ ਜ਼ਿਆਦਾ ਹੈ, ਕਿਉਂਕਿ ਆਈ ਫੈਲਟ ਕਿ ਯਾਰ ਪਤਾ ਕੀ ਹੈ, ਇੱਕ ਨਾ ਟਾਈਮ ਹੁੰਦਾ ਗੱਲਾਂ ਸ਼ੇਅਰ ਕਰਨ ਦਾ। ਜਦੋਂ ਮੇਰੇ ਨਾਲ ਕੁਛ ਚੀਜ਼ਾਂ ਇੱਦਾਂ ਦੀਆਂ ਹੋ ਰਹੀਆਂ ਸੀ, ਮੈਂ ਜੇ ਉਦੋਂ ਗੱਲਾਂ ਕਰਦੀ ਸ਼ਾਇਦ ਇੰਪੈਕਟ ਨਾ ਪੈਂਦਾ। ਬਿਲਕੁਲ ਸਹੀ। whether that's music related ਜਾਂ personally, relationship, family, ਮੈਂ ਕੁੜੀਆਂ ਬਾਰੇ ਬਹੁਤ ਗੱਲਾਂ ਕੀਤੀਆਂ ਅੱਜ। ਜੇ ਤਾਂ ਮੈਂ ਆਹੀ ਗੱਲਾਂ 2 ਸਾਲ ਪਹਿਲਾਂ ਕਰਦੀ, ਆਈ ਥਿੰਕ ਪ੍ਰੀਮੈਚੋਰ ਹੋਣੀਆਂ ਸੀ ਗੱਲਾਂ, ਕਿਉਂਕਿ ਸਾਰੇ ਤੁਹਾਨੂੰ ਦੇਖਦੇ ਨੇ, ਐਵਰੀਬਡੀ ਇਜ਼ ਵਾਚਿੰਗ। ਮਤਲਬ ਆ ਵੀ ਇੰਟਰਵਿਊ ਬਹੁਤ ਲੋਕੀ ਦੇਖਣਗੇ। ਇਹ ਉਹਨਾਂ ਇੰਟਰਵਿਊਜ਼ ਵਿੱਚ ਹੈ ਜਿਹੜੇ ਕਿ ਬਹੁਤ ਸਾਲਾਂ ਤੱਕ ਦੇਖੀ ਜਾਏਗੀ। ਇਹਦੇ ਵਿੱਚੋਂ ਨਾ ਕੁਛ ਇੱਦਾਂ ਦਾ ਆਪਾਂ ਕਹਿ ਦਿੱਤਾ ਜਿਹਦੇ ਨਾਲ ਕੋਈ ਜਵਾਬ ਮਿਲਣਗੇ। ਬਿਲਕੁਲ, ਕਿਉਂਕਿ ਗੱਲਾਂ ਇੰਨੀਆਂ ਕਾਮਨ ਨੇ ਜਿਹੜੀਆਂ ਆਪਾਂ ਕੀਤੀਆਂ ਨੇ, ਇਹ ਗੱਲਾਂ ਸਾਰੇ ਸੋਚਦੇ ਨੇ। ਮੈਂ ਆਰਟਿਸਟ ਦਾ ਇੱਕ ਆਪਾਂ ਕਹਿ ਸਕਦੇ ਰੈਪਰੈਜ਼ੈਂਟੇਟਰ ਹਾਂ, ਰਾਈਟ, ਰੈਪਰੈਜ਼ੈਂਟਰ। ਸੋ ਆਈ ਐਮ ਰੈਪਰੈਜ਼ੈਂਟਿੰਗ ਕੁੜੀਆਂ ਵੀ ਅਤੇ ਮੁੰਡੇ ਵੀ। ਮੈਂ ਇੱਥੇ ਬੈਠੀ ਹਾਂ ਐਜ਼ ਅ ਮਿਊਜ਼ੀਸ਼ੀਅਨ, ਮੇਰੇ ਵਰਗੇ ਹੀ ਨੇ, ਮੈਂ ਉਹਨਾਂ ਵਰਗੀ ਹਾਂ ਅਤੇ ਮੇਰੇ ਵਰਗੇ ਹੀ ਨੇ ਉਹ ਸਾਰੇ। ਸੇਮ ਹੀ ਆਪਾਂ ਫੀਲਿੰਗਾਂ ਸੋਚਦੇ ਹਾਂ, ਸੇਮ ਹੀ ਮਜ਼ਾਕ ਕਰਦੇ ਹਾਂ, ਜਦੋਂ ਇਕੱਠੇ ਬਹਿੰਦੇ ਹਾਂ ਅਤੇ ਸੇਮ ਸ਼ੁਗਲ ਮੇਲਾ ਹੁੰਦਾ। ਸੋ ਮੈਂ ਇੱਥੇ ਬੈਠੀ ਲਿਟਰਲੀ ਪੂਰੇ ਪੰਜਾਬੀ ਮਿਊਜ਼ਿਕ ਸੀਨ ਨੂੰ ਰੈਪਰੈਜ਼ੈਂਟ ਕਰ ਰਹੀ ਹਾਂ ਐਜ਼ ਅ ਆਰਟਿਸਟ। ਆਈ ਹੈਪਨ ਟੂ ਬੀ ਅ ਫੀਮੇਲ ਆਰਟਿਸਟ, ਬਟ ਮੈਂ ਐਜ਼ ਅ ਆਰਟਿਸਟ ਇੱਕ ਬਹੁਤ ਵਧੀਆ ਰੈਪਰੈਜ਼ੈਂਟੇਸ਼ਨ ਆ ਕਿ ਆਰਟਿਸਟ ਕਿੱਦਾਂ ਦੇ ਹੁੰਦੇ ਨੇ। ਸਾਡਾ ਸਾਰਿਆਂ ਦਾ ਦਿਲ ਕਰਦਾ ਕਿ ਆਪਾਂ ਖੋਲ੍ਹ ਕੇ ਗੱਲ ਕਰੀਏ, ਬਟ ਨਹੀਂ ਮੌਕਾ ਮਿਲਦਾ। ਕਿਉਂ? ਸ਼ਾਇਦ ਜੋ ਇਨਸਾਨ ਇੰਟਰਵਿਊ ਕਰ ਰਿਹਾ ਹੁੰਦਾ ਉਹਨੂੰ ਹੁੰਦਾ ਆਹ ਚੈੱਕ ਪੁਆਇੰਟਸ ਨੇ, ਆਹ 2-3 ਗੱਲਾਂ ਕਰਨੀਆਂ ਨੇ ਐਂਡ ਇੱਥੇ ਬਸ ਡਨ ਹੈ ਆਪਣਾ। ਬਟ ਜੇ ਤੁਸੀਂ ਖੁੱਲ੍ਹਾ ਮੈਦਾਨ ਦੇ ਦੋਗੇ ਇੱਕ ਆਰਟਿਸਟ ਨੂੰ, ਅਤੇ ਫਿਰ ਗੱਲਾਂ ਨਿਕਲਦੀਆਂ ਨੇ, ਅਤੇ ਆਈ ਥਿੰਕ ਇਟ ਵਾਜ਼ ਦ ਰਾਈਟ ਟਾਈਮ। ਮੈਂ ਕੁਛ ਗੱਲਾਂ ਜਿਹੜੀਆਂ ਆਪਣੀ ਫੈਮਿਲੀ ਬਾਰੇ ਕੀਤੀਆਂ, ਥੈਰੇਪੀ ਬਾਰੇ ਕੀਤੀਆਂ, ਡਿਪਰੈਸ਼ਨ ਬਾਰੇ ਕੀਤੀਆਂ, ਅਬਿਊਸ ਬਾਰੇ ਕੀਤੀਆਂ, ਆਪਣੇ ਡੈਡ ਬਾਰੇ ਕੀਤੀਆਂ, ਆਪਣੀ ਦਾਦੀ ਬਾਰੇ ਕੀਤੀਆਂ। ਕਿੰਨੀ ਰੰਗੀਨ ਰਹੀ ਹੈ ਮੇਰੀ ਜ਼ਿੰਦਗੀ। ਮਤਲਬ ਮੈਂ ਇੰਟਰਵਿਊ ਦੇਖਾਂਗੀ 10 ਸਾਲਾਂ ਬਾਅਦ, ਪਿੱਛੇ ਮੁੜ ਕੇ ਵੇਖਾਂਗੀ ਅਤੇ ਮੈਂ ਕਹਾਂਗੀ ਹੁਣ ਹੋਰ ਵੀ ਰੰਗੀਨ ਹੋ ਗਈ ਹੈ ਜ਼ਿੰਦਗੀ। ਨਾਲੇ ਮੈਨੂੰ ਮੇਰੀ ਇਸ ਇੰਟਰਵਿਊ 'ਚ ਨਾ
ਬੜਾ ਹੀਲਡ ਫੀਲ ਹੋ ਰਿਹਾ ਐਂਡ ਹੀਲਿੰਗ ਬੜੀ ਇੱਕ ਅਗਲੀ ਜਰਨੀ ਹੁੰਦੀ ਹੈ, ਬਹੁਤ ਮੈਸੀ। ਦੇਰ ਇਜ਼ ਨਥਿੰਗ ਬਿਊਟੀਫੁਲ ਅਬਾਊਟ ਹੀਲਿੰਗ, ਕਿਉਂਕਿ ਤੁਸੀਂ ਆਪਣੇ ਜ਼ਖਮ ਹੀਲ ਕਰ ਰਹੇ ਹੋ, ਯੂ ਨੋ। ਐਂਡ ਆਮ ਹੈਪੀ ਆਈ ਸੈਡ ਦੋਜ਼ ਥਿੰਗਸ, ਕਿਉਂਕਿ ਕੋਈ ਨਾ ਕੋਈ ਤਾਂ ਬੈਠਾ ਹੋਏਗਾ ਦੂਰ ਕਿਤੇ, ਜਿਹਨੂੰ ਸਾਡੀਆਂ ਗੱਲਾਂ ਸੁਣ ਕੇ ਆਸਰਾ ਮਿਲੇਗਾ, ਜਿਹਨੂੰ ਸਾਡੀਆਂ ਗੱਲਾਂ ਸੁਣ ਕੇ ਇੱਕ ਹੋਪ ਮਿਲੇਗੀ। ਕਿ ਜਿਵੇਂ ਤੁਸੀਂ ਇੰਟਰਵਿਊ ਸ਼ੁਰੂ ਕੀਤੀ ਸੀ 2.5 ਘੰਟੇ ਪਹਿਲਾਂ ਕਿ ਜੈਸਮਿਨ ਤੇ ਨਰਵਸ ਹੋ ਹੀ ਨਹੀਂ ਸਕਦਾ, ਹੁਣ ਮੈਂ ਤੁਹਾਡੇ ਸਾਹਮਣੇ 2-3 ਵਾਰ ਰੋਈ ਵੀ ਹਾਂ, ਜੋ ਕਿ ਬਹੁਤ ਨੈਚੁਰਲ ਹੈ। ਮੈਨੂੰ ਖੁਸ਼ੀ ਤੇ ਵੀ ਰੋਣਾ ਆ ਜਾਂਦਾ, ਮੈਨੂੰ ਕਿਸੇ ਨੂੰ ਯਾਦ ਕਰਕੇ ਵੀ ਰੋਣਾ ਆ ਜਾਂਦਾ, ਮੈਨੂੰ ਗੁੱਸੇ 'ਚ ਵੀ ਰੋਣਾ ਆ ਜਾਂਦਾ। ਤੇ ਤੁਸੀਂ ਇਮੈਜਿਨ ਕਰ ਹੀ ਸਕਦੇ ਹੋ, ਜਿਹੜੀਆਂ ਕੁੜੀਆਂ, ਬਹੁਤ ਸਾਰੇ ਲੋਕ ਮੈਨੂੰ ਸੋਚਦੇ ਨੇ ਮੈਂ ਬਹੁਤ ਬੋਲਡ ਹਾਂ, ਹੈਗੀ ਹਾਂ, ਬਰੇਵ ਹਾਂ, ਹੈਗੀ ਹਾਂ, ਬੇਬਾਕ ਹਾਂ, ਹੈਗੀ ਹਾਂ, ਬਟ ਮੈਂ ਹੋਰ ਵੀ ਬਹੁਤ ਕੁਛ ਹਾਂ। ਬਿਲਕੁਲ। ਤੇ ਆਈ ਹੋਪ ਕਿ ਸਾਡੀ ਇਹ ਇੰਟਰਵਿਊ ਸੁਣ ਕੇ ਯੂ ਨੋ ਬਹੁਤ ਸਾਰੇ ਟੀਨਏਜਰਸ ਸਪੈਸ਼ਲੀ, ਕਿਉਂਕਿ ਬੜੇ ਜ਼ਰੂਰੀ ਸਾਲ ਹੁੰਦੇ ਨੇ ਉਹ 13, 14, 15, 16, ਉਹਨਾਂ ਨੂੰ ਹੱਲਾਸ਼ੇਰੀ ਮਿਲੇ ਕਿ ਆਪਾਂ ਵੀ ਆਪਣੇ ਡ੍ਰੀਮਸ ਅਕੰਪਲਿਸ਼ ਕਰਨੇ ਨੇ, ਆਪਾਂ ਵੀ ਆਪਣੀ ਡਿਜ਼ਾਇਰਡ ਲਾਈਫ ਕ੍ਰੀਏਟ ਕਰਨੀ ਹੈ, ਆਪਾਂ ਵੀ ਆਪਣੀ ਬੈਸਟ ਲਾਈਫ ਜੀਣੀ ਹੈ। ਕਿਉਂਕਿ ਜੇ ਉਦੋਂ ਸ਼ੁਰੂ ਕਰ ਲੈਣਗੇ ਉਹ ਯੰਗ ਏਜ ਵਿੱਚ, ਦੈਨ ਸਾਡੇ ਤੋਂ ਤਾਂ ਕਿੰਨਾ ਅੱਗੇ ਹੋਣਗੇ। ਬਿਲਕੁਲ। ਆਪਾਂ ਤਾਂ ਹੁਣ ਸ਼ੁਰੂ ਕੀਤਾ, ਉਹ ਤਾਂ ਉਦੋਂ ਸ਼ੁਰੂ ਕਰ ਲੈਣਗੇ। ਬਿਲਕੁਲ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ, ਅਤੇ ਅੱਗੇ ਦਾ ਤੁਹਾਡਾ ਰਾਹ ਬਹੁਤ ਵਧੀਆ ਹੋਵੇ, ਤੁਹਾਡੀ ਜ਼ਿੰਦਗੀ ਰੰਗੀਨ ਰਵੇ, ਹਸੀਨ ਰਵੇ, ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ। ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਤੁਸੀਂ ਵੇਖ ਰਹੇ ਸੀਗੇ ਬੀ ਸੋਸ਼ਲ ਦਾ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰਸ, ਅਤੇ ਸਿਗਨੇਚਰਸ ਵਿੱਚ ਅੱਜ ਦੇ ਸਾਡੇ ਮਹਿਮਾਨ ਸਨ ਜੈਸਮਿਨ ਸੈਂਡਲਸ, ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੀ ਜਰਨੀ ਦੀ, ਉਹਨਾਂ ਦੀ ਸ਼ੁਰੂਆਤ ਤੋਂ ਲੈ ਕੇ 2022 ਤੱਕ ਮੂਡ ਸਰਕਾਰ ਦਾ ਤੱਕ ਦੀ ਗੱਲਬਾਤ ਕੀਤੀ। ਉਮੀਦ ਹੈ ਕਿ ਤੁਸੀਂ ਅੱਜ ਦੀ ਇਸ ਲੰਬੀ ਸਾਰੀ ਗੱਲਬਾਤ ਨੂੰ ਇੰਜੋਏ ਕਰੋਗੇ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਅਸੀਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।